महला पहला। मिट्टी मुसलमान की पेड़ पई कुम्हार। घड़ भांडे इटा किया जल्दी करे पुकार। मिट्टी मुसलमान की पेड़ पई कुम्हार। घड़ भांडे इटा किया जल्दी करे पुकार। जल जल रोवै बपोड़ी झाड़ झाड़ पवह अंगियार। नानक जिन करतै कारण किया सो जाने करतार। जल जल रोवै बपोड़ी झाड़ झाड़ पवह अंगियार। नानक जिन करतै कारण किया सो जाने करतार। वाहिगुरु जी का खालसा वाहिगुरु जी की फतेह। परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर शोभायमान गुरु सवारे सतसंगी जनों, आप जी रात्रि दे इस विशेष दीवान दी हाजरी पर रहे हो जो धन गुरु नानक साहिब महाराज जी दे पावन पवित्र मुखारबिंद तो उच्चारण कीती हुई आशा की वार जिस दी लड़ीवार विचार चल रही है। 6वीं पौड़ी नाल सतगुरु गुरु नानक साहिब महाराज जी दे 2 श्लोक दर्ज किए गए। हजूर दी इस अमृत बाणी नाल इस पौड़ी नाल पहले श्लोक नूं कल दे आपां विचार रहे हां कि मुसलमान अपनी शरीयत दी सिफत करदा है ते दूसरे नूं निंददा पिया है। वो कहंदा है असल च बंदे है नहीं वो ਜਿਹੜੇ ਸ਼ਰਅ ਦੀ ਪਾਬੰਦੀ ਵਿੱਚ ਸ਼ਰਅ ਦੀ ਕੈਦ ਵਿੱਚ ਰਹਿੰਦੇ ਨੇ। ਉਸ ਤੋਂ ਬਾਅਦ ਹਿੰਦੂ ਵੀਰ ਉਹ ਦਰਸ਼ਨ ਸ਼ਾਸਤਰਾਂ ਰਾਹੀਂ ਪਰਮਾਤਮਾ ਦਾ ਰੂਪ ਰੇਖ ਕੋਈ ਨਹੀਂ। ਉਹ ਵੀ ਤੀਰਥ ਇਸ਼ਨਾਨ ਕਰ ਰਿਹਾ, ਪੂਜਾ ਕਰ ਰਿਹਾ, ਧੂਪ ਬੱਤੀ ਕਰ ਰਿਹਾ, ਪਰ ਬਹੁ ਗਿਣਤੀ ਵਿੱਚ ਸਿਰਫ ਬਾਹਰ ਦਾ ਕਰਮ ਕਾਂਡੀਏ ਅੰਦਰ ਵਾਲੀ ਤਤ ਵਸਤੂ ਨੂੰ ਜਾਣ ਨਹੀਂ ਰਿਹਾ। जोगी है वो अफुरदा ध्यान सुन समाधि की गल करदा है, सूक्ष्मताई की गल करदा है, पर आकार वो भी ध्यान विच बनाई बैठा है। दानी ने वो अपने इकट्ठा किए हुए धन विचों दान करते हैं, पर उस दान दे विच भी एक स्वार्थ है कि जिन्ना को मैं परमात्मा दे नाम ते दान करना
ਇਸ ਤੋਂ 1000 ਗੁਣਾ ਵੱਧ ਪਰਮਾਤਮਾ ਮੈਨੂੰ ਮੋੜੇਗਾ। ਉਹ ਦਾਨ ਨੂੰ ਵੀ ਵਪਾਰ ਬਿਜ਼ਨਸ ਦੀ ਤਰ੍ਹਾਂ ਚਲਾ ਰਿਹਾ ਹੈ। ਉਸ ਤੋਂ ਬਾਅਦ ਅਸੀਂ, ਕਿਉਂਕਿ ਮੈਂ ਸਿਰਫ ਰਿਪੀਟ ਕਰ ਰਿਹਾ ਜੋ ਅਸੀਂ ਕਥਾ ਕੀਤੀ ਹੁਣ ਤੱਕ, ਮਹਾਰਾਜ ਕਹਿੰਦੇ ਨੇ ਇਹ ਤਾਂ ਧਰਮ ਦੀ ਕੈਟਾਗਰੀ ਵਿੱਚ ਆ ਰਹੇ, ਆ ਨਹੀਂ ਰਹੀ ਆਵਾਜ਼, ਧਰਮ ਦੀ ਕੈਟਾਗਰੀ ਵਿੱਚ ਨੇ, ਜਿਸ ਵਿੱਚ ਮੁਸਲਮਾਨ, ਹਿੰਦੂ, ਜੋਗੀ, ਦਾਨੀ। ਪਰ ਇਸ ਦੇ ਵਿਪਰੀਤ ਜਿਹੜੇ ਚੋਰ ਨੇ, ਵਿਭਚਾਰੀ ਨੇ, ਕੂੜਿਆਰ ਨੇ, ਪਾਪ ਕਰਮ ਕਮਾਉਣ ਵਾਲੇ ਨੇ, ਮਹਾਰਾਜ ਕਹਿੰਦੇ ਨੇ ਉਹ ਜੋ ਕੁਝ ਪਹਿਲੇ ਕੀਤੇ ਪੁੰਨ ਕਰਮ ਸਨ ਉਹ ਮੁਕਾ ਕੇ ਤੁਰ ਪਏ। ਅੱਗੇ ਉਹਨਾਂ ਨੇ ਸ਼ੁਭ ਕੰਮ ਕੋਈ ਕੀਤਾ ਹੀ ਨਹੀਂ, ਕੀ ਦੁਨੀਆ ਤੇ ਆ ਕੇ ਖੱਟਿਆ। ਉਸ ਤੋਂ ਬਾਅਦ ਫਿਰ ਮਹਾਰਾਜ ਇੱਕ ਬਚਨ ਕਹਿੰਦੇ ਨੇ, ਜਿਹਦੀ ਵਿਚਾਰ ਅਸੀਂ ਸੁਬਾਹ ਤੋਂ ਕਰ ਰਹੇ ਹਾਂ, ਕਿਉਂਕਿ ਅੱਜ ਅਗਲਾ ਸ਼ਲੋਕ ਵੀ ਮੈਂ ਪੜ੍ਹ ਦਿੱਤਾ, ਉਸ ਦੀ ਵਿਚਾਰ ਵੀ ਉਸ ਲੜੀ ਨਾਲ ਅੱਗੇ ਤੁਰੇਗੀ। ਹਜ਼ੂਰ ਨੇ ਅਖੀਰ ਤੇ ਕਿਹਾ, ਜਿਹੜੇ ਪਰਮਾਤਮਾ ਦੇ ਰੱਬ ਦੇ ਭਗਤ ਨੇ, ਚੇਤੇ ਰੱਖਿਓ ਉਹ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਕੇਵਲ ਇੱਕ ਭੁੱਖ ਰੱਖਦੇ ਨੇ, ਪਰਮਾਤਮਾ ਦਾ ਸਿਮਰਨ ਕਰਨ ਦੀ। ਉਹਨਾਂ ਦੀ ਭੁੱਖ ਹੈ ਪਰਮਾਤਮਾ ਨੂੰ ਸਲਾਹੁਣਾ, ਪਰਿਪੂਰਨ ਪਰਮਾਤਮਾ ਦੀ ਬੰਦਗੀ ਵਿੱਚ ਦਿਨ ਰਾਤ ਉਹਦੀਆਂ ਸਿਫਤਾਂ ਕਰਦੇ ਨੇ। ਤੇ ਇਹ ਵੀ ਸੱਚ ਹੈ ਕਿ ਪਰਮਾਤਮਾ ਦੀ ਭਗਤੀ ਕਰਨ ਵਾਲੇ ਜਿਹੜੇ ਭਗਤ ਜਨ ਨੇ ਉਹ ਹਮੇਸ਼ਾ ਆਨੰਦ ਦੇ ਵਿੱਚ ਹੀ ਰਹਿੰਦੇ ਨੇ। ਪਰ ਉਸ ਤੋਂ ਇਲਾਵਾ ਉਹ ਇਹ ਨਹੀਂ ਕਹਿੰਦੇ ਕਿ ਮੈਂ ਹੀ ਗੁਣਵਾਨ ਖਾਂ, ਮੇਰੇ ਤੋਂ ਅੱਗੇ ਗੁਣ ਕਿਸੇ ਕੋਲ ਨਹੀਂ। ਸੱਚ ਇਹ ਵੀ ਉਹ ਧਰਮ ਦੀ ਦੀਵਾਰ ਨੂੰ, ਸੰਕੀਰਨਤਾ ਨੂੰ ਤੋੜ ਕੇ ਕਿਸੇ ਵੀ ਧਰਮ ਵਿੱਚ ਪਰਮਾਤਮਾ ਦੇ ਗੁਣਾਂ ਦਾ ਖਜ਼ਾਨਾ ਹੋਵੇ, ਉਹ ਗੁਣਵੰਤਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ। ਇਹਨੂੰ ਥੋੜਾ ਜਿਹਾ ਅਸੀਂ ਸੁਬਾਹ ਵਿਚਾਰ ਰਹੇ ਸਾਂ। ਸਵੇਰੇ ਸਿਰਫ ਇੱਕ ਅਰਜ਼ ਮੈਂ ਕੀਤੀ ਸੀ ਕਿ ਨਾਨਕ ਭਗਤਾਂ ਭੁੱਖ ਸਲਾਹਾਂ, ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਜਨ, ਉਹਨਾਂ ਦੀ ਸਿਰਫ ਇੱਕੋ ਭੁੱਖ ਹੈ ਕਿ ਕਰਤੇ ਪੁਰਖ ਵਾਹਿਗੁਰੂ ਦੀ ਸਲਾਹੁਤਾ, ਉਹਦੀ ਸਿਫਤ ਕਰਨੀ। ਮਹਾਰਾਜ ਕਹਿੰਦੇ ਸੱਚ ਨਾਮ ਆਧਾਰ, ਉਹਨਾਂ ਦੀ ਭੁੱਖ ਸਿਰਫ ਸੱਚੇ ਪਰਮਾਤਮਾ ਦੇ ਨਾਮ ਨੂੰ, ਪਰਮੇਸ਼ਵਰ ਦੇ ਨਾਮ ਨੂੰ ਜਪਣਾ ਹੀ ਉਹਨਾਂ ਦੀ ਭੁੱਖ ਹੈ। ਨਾਲ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ। ਮੈਂ ਇਹ ਤੁਸੀਂ ਗੁਰਮੁਖੋ ਇਕਾਗਰਤਾ ਬਣਾਓ ਪਲੀਜ਼, ਮੇਰੀ ਬੇਨਤੀ ਹੈ, ਕਿਉਂਕਿ ਮੈਂ ਦੁਬਾਰਾ ਮੇਰੇ ਤੋਂ ਫਿਰ ਨਹੀਂ ਕਦਾ ਕਤੀ ਹੋਣੀ। ਫਿਰ ਬੇਨਤੀ ਸੁਬਾਹ ਵੀ ਕਿਹਾ ਸੀ ਵੀ ਜਿਹੜੇ ਪਿੱਛੇ ਹੁੰਦੇ ਹੋ ਪਲੀਜ਼ ਪਿੱਛੇ ਬੈਠਿਆ ਕਰੋ, ਕਥਾ ਵਿੱਚ ਵਿਗਣ ਪਾਣਾ ਚੰਗੀ ਗੱਲ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਬਖਸ਼ਿਸ਼ ਕੀਤੀ। ਕਹਿੰਦੇ ਨੇ ਇੱਕ ਤਾਂ ਭਗਤ ਦੇ ਮਨ ਦੇ ਵਿੱਚ ਹੈ ਪਰਮਾਤਮਾ ਦੀ ਭਗਤੀ ਦੀ ਭੁੱਖ, ਮੈਂ ਉਹਦੀ ਸਿਫਤ ਸਲਾਹ ਕਰਨੀ। ਤੇ ਚੇਤੇ ਰੱਖਿਓ ਉਹ ਮੁਰਝਾਇਆ ਹੋਇਆ, ਸੰਕੀਰਨਤਾ ਵਿੱਚ ਸੜਿਆ ਹੋਇਆ ਨਹੀਂ ਰਹਿੰਦਾ। ਪਰਮਾਤਮਾ ਦਾ ਭਗਤ ਹਮੇਸ਼ਾ ਆਨੰਦ ਵਿੱਚ ਰਹਿੰਦਾ। ਆਨੰਦ ਅਸਲ 'ਚ ਪਰਮਾਤਮਾ ਸਤ ਚਿਤ ਆਨੰਦ ਹੈ, ਜਿਹਨੂੰ ਜਪਜੀ ਸਾਹਿਬ 'ਚ ਮਹਾਰਾਜ ਜੀ ਨੇ ਕਿਹਾ ਸਤ ਸੁਹਾਨ ਸਦਾ ਮਨ ਚਾਹੋ। ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਗਮੀ, ਸੋਗ, ਚਿੰਤਾ, ਝੋਰਾ, ਤੋਖਲਾ ਇਹ ਲਫ਼ਜ਼ ਹੈ ਹੀ ਨਹੀਂ, ਕਿਉਂਕਿ ਪਰਮਾਤਮਾ ਆਪ ਹੀ ਆਨੰਦ ਸਵਰੂਪ ਹੈ, ਉਸ ਕੋਲ ਕੋਈ ਗਮੀ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਕਿ ਤੇਰਾ ਘਰ ਆਨੰਦ ਵਧਾਈ ਤੁਧ ਘਰ। ਪਰਿਪੂਰਨ ਪਰਮਾਤਮਾ ਦੇ ਘਰ ਵਿੱਚ ਖੇੜਾ ਹੀ ਖੇੜਾ ਹੈ। ਭਗਤ ਜਿਹੜਾ ਉਹ ਖੇੜੇ ਵਿੱਚ ਰਹਿੰਦਾ, ਆਨੰਦ ਵਿੱਚ ਰਹਿੰਦਾ। ਦਾਸ ਨੇ ਪਿਛਲੇ ਦਿਨੀ ਵੀ ਅਰਜ਼ ਕੀਤੀ ਸੀ, ਅੱਜ ਅਸੀਂ ਦੇਖਨੇ ਆ ਕਿ ਅੰਦਰ ਸੁਗੰਧੀ ਹੋਵੇ ਤੇ ਕਦੀ ਫੁੱਲ ਨੂੰ ਖਿੜਨ ਤੋਂ ਕੋਈ ਰੋਕ ਸਕੇਗਾ? ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਸ ਫੁੱਲ ਦੇ ਅੰਦਰ, ਫੁੱਲ ਦੀ ਡੋਡੀ ਵਿੱਚ ਸੁਗੰਧੀ ਭਰੀ ਗਈ ਏ, ਪਿਆਰਿਓ ਉਹਨੂੰ ਭਾਵੇਂ ਲੀਰਾਂ ਵੀ ਬੰਨ ਦਿਓ, ਬਾਹੋਂ ਢੱਕ ਵੀ ਦਿਓ, ਉਹ ਤਾਂ ਵੀ ਖਿੜੇਗਾ। ਜਿਸ ਅੰਦਰ ਪਰਮਾਤਮਾ ਦੇ ਨਾਮ ਦੀ ਸੁਗੰਧੀ ਭਰੀ ਗਈ ਏ, ਉਹਨੂੰ ਜੇਲ੍ਹ ਵਿੱਚ ਵੀ ਡੱਕ ਦਿਓ ਤਾਂ ਵੀ ਖਿੜਿਆ ਹੀ ਰਹੇ, ਕਿਉਂਕਿ ਉਹਦੇ ਅੰਦਰ ਇੱਕ ਖੇੜਾ ਹੈ। ਉਹ ਆਨੰਦ ਵਿੱਚ ਰਹਿੰਦਾ, ਸਦਾ ਆਨੰਦ ਹੈ ਦਿਨ ਰਾਤੀ। ਮੈਂ ਫਿਰ ਬੇਨਤੀ ਕਰਾਂਗਾ, ਭਾਵੇਂ ਇਹ ਵਿਚਾਰ ਇੱਕ ਵਾਰ ਦਾਸ ਨੇ ਕੀਤੀ ਸੀ ਕਿ ਅਸਲ 'ਚ ਜਿਹੜਾ ਆਨੰਦ ਲਫ਼ਜ਼ ਹੈ, ਇਹਨੂੰ ਧਿਆਨ ਨਾਲ ਸੁਣਿਓ, ਕਿਉਂਕਿ ਸਿੱਖਾਂ ਨੇ ਆਨੰਦ ਸ਼ਬਦ ਦੀ ਬਹੁਤ ਵਰਤੋਂ ਕੀਤੀ। ਅਸੀਂ ਜਦੋਂ ਭੋਜਨ ਵੀ ਛਕਨੇ ਆ ਤੇ ਇਹੀ ਸ਼ਬਦ ਕਹਿੰਦੇ ਆ ਕਿ ਬਸ ਅੱਜ ਲੰਗਰ ਛਕ ਕੇ ਆਨੰਦ ਆ ਗਿਆ। ਅਸੀਂ ਕੀਰਤਨ ਸੁਣਨੇ ਆ ਤੇ ਲਫ਼ਜ਼ ਵਰਤਨੇ, ਅੱਜ ਕੀਰਤਨ ਸੁਣ ਕੇ ਆਨੰਦ ਆ ਗਿਆ। ਅਸੀਂ ਪਾਠ ਸੁਣਨੇ ਆ ਤੇ ਪਾਠ ਸੁਣ ਕੇ ਕਹਿੰਦੇ ਅੱਜ ਏਡਾ ਪਿਆਰਾ ਪਾਠ ਕੀਤਾ, ਮਨ ਨੂੰ ਆਨੰਦ ਆ ਗਿਆ।
ਕਿਸੇ ਦੇ ਦਰਸ਼ਨ ਕਰਨੇ ਆ ਤੇ ਲਫ਼ਜ਼ ਵਰਤਨੇ ਆ ਕਿ ਤੁਹਾਡੇ ਦੀਦਾਰ ਕਰਕੇ ਅੱਜ ਆਨੰਦ ਬਣ ਗਿਆ। ਮੈਂ ਇੱਕ ਬੇਨਤੀ ਕਰਾਂਗਾ, ਆਨੰਦ, ਖੁਸ਼ੀ ਤੇ ਪ੍ਰਸੰਨਤਾ ਤਿੰਨਾਂ ਸ਼ਬਦਾਂ 'ਚ ਬੜਾ ਫਰਕ ਹੈ। ਫਿਰ ਧਿਆਨ ਨਾਲ ਸੁਣੋ। ਇੱਕ ਲਫ਼ਜ਼ ਹੈ ਖੁਸ਼ੀ, दूसरी है प्रसन्नता, तीसरा है आनंद। याद रखो, कई लोगों को दुनिया का सुख है पर उन्होंने घर विच खुशी नहीं। फिर सुनियो, मान लो एक बंदे दे घर विच कारां, गड्डियां, कोठी, पुत्र, धीआं सब कुछ है। जे पूछ के देखो भी तेनू किसी चीज की कमी तो नहीं, वो कहता रब ने सुख तो सारे दिते पर सच एवे मेरे घर विच खुशी कभी नसीब नहीं हुई। मतलब कि सहूलत है पर परिवार के अंदर प्रसन्नता नहीं, खुशी नहीं। एक होर बेनती करा, जिन्नी भी संसार की खुशी है, जिन्नी भी संसार की प्रसन्नता है, सच एवे ओदा एंड निराशता विच हुंदा है। फिर सुनियो इस शब्द, मान लो अज घर बच्चे का जन्म होए, बेटी है, बेटा है, परिवार च खुशी है, पर जिस दे खुशी दे अज वाजे वज रहे ने, कल उसकी मौत तो बाद उस घर विच रोना भी आएगा, क्योंकि वो प्रसन्नता जिहड़ी है थोड़ चिड़ी। मैं फिर बेनती करांगा, आनंद खुशी नहीं केवल, हालांकि बाणी च शब्द वरते भी ने कि लख खुशियां पातशाहियां जे सतगुर नदर करे। दुनियावी जिहड़ी खुशी है, दुनियावी जिहड़ी प्रसन्नता ते सुख है, अज मेरे कोल खुशी है, कल नूं ये खुशी गमी बनने वाली है। इसे खुशी विचों गमी जन्म लैंदी। अज पुत्र घर जन्म लिया, मैं सीधी जी उदाहरण लेना, किन्ना बंदा खुश, फुलिया नहीं समांदा। ओही पुत्र कल नूं माड़े कर्म करदा है ते बंदा उसे खुशी नूं कहंदा एदू चंगा तां जमदा ही ना जे ये दिन मैनूं दिखाने सन। इहदा मतलब वो खुशी गमी च बदल गई, ओहदे जिउंदे जी बदली। खाले जिहदी खुशी मनाई वो जी रहा, पर नहीं तां एक दिन हर खुशी जिहड़ी है वो गमी भी तब्दील होवेगी। पर प्यारिओ, जिहड़ा आनंद है ਉਹਦੇ ਵਿੱਚ ਗਮੀ नहीं। आनंद ਵਿੱਚ ਜਿਹੜੀ ਹੈ ਉਹ ਮਰਨ ਤੋਂ ਬਾਅਦ ਵੀ ਆਨੰਦ ਦੀ ਅਵਸਥਾ ਨਹੀਂ ਜਾਂਦੀ। ਭਗਤ ਸੱਚ ਐਵੇਂ ਬੰਦਗੀ ਦੀ ਭੁੱਖ ਰੱਖਦਾ, ਉਹ ਆਨੰਦ ਵਿੱਚ ਰਹਿੰਦਾ ਹੈ। ਅਸੀਂ ਆਨੰਦ ਸਾਹਿਬ ਦਾ ਪਾਠ ਰੋਜ਼ ਕਰਨੇ। ਉਂਝ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ ਕਿ ਆਨੰਦ ਦਾ ਅਰਥ ਸਾਡੀ ਰੂਹ ਨਾਲ ਹੈ, ਆਨੰਦ ਦਾ ਅਰਥ ਕੱਲਾ ਜੀਵ ਨਾਲ ਨਹੀਂ। ਕਿਉਂਕਿ ਜਿਹੜਾ ਮੈਂ ਭੋਜਨ ਸਵੇਰੇ ਛਕਿਆ ਆਨੰਦ ਬਣਿਆ, दोपहर तक वही जीव फिर तरले मारेगी खान ले, पर आनंद तो आ जाए वो जाता कदी नहीं। जो मैं कन्ना नाल खुण सुनिया सच एवे कि मेरे सुन तो बाद भी उस सुने हुए ने ठीक कर, आवाज ठीक नहीं हो रही प्लीज, जां तां माइक कर दे। ओ जिहड़ी अज मैं सुनिया है, सच एवे मेरा सुनिया होया कुछ समय तो बाद वो आनंद जिहड़ा है वो खत्म हो जाए। यही कारण कि अज लोग कन रसीए बहुत ने, आत्म रसीए बहुत घट ने। कन रस तुसी मैनू सुन लिया, आनंद ले लिया, शब्द वरतिया, किसी दूजे नू सुनिया ते कह दिता आनंद आ गया। पर नहीं प्यारिओ, आनंद एक वो अंदर दी अवस्था है जिहड़ी एक बारी प्राप्त हो जाए ते हकीकत वो दोबारा कदी जांदी ही नहीं। वो आनंद पदार्थां विचों नहीं, भगत नूं ਉਹ आनंद परिपूर्ण परमात्मा दे नाम चों मिलिया। महाराज जी दे अमृत बोल ने कि आनंद भया मेरी माए। फिर मेरी बेनती सुनाओ, लंगर वाला आनंद नहीं, दाल बड़ी स्वादी सहज आनंद आ गया। मेरी बेनती, वो आनंद साडी रूह है, वो आनंद बॉडी छड्डण तो बाद भी नहीं जाता। जिहड़ा आनंद इंद्रियां दा है ये इंद्रियां दे मरण नाल मर जाएगा, पर जिहड़ा आनंद साडी आत्मा दा है वो बॉडी छड्डण तो बाद भी कदी नहीं जाएगा। वो आनंद स्वरूप परमात्मा दी बंदगी। महाराज जी दे अमृत बोल ने कि आनंद भया मेरी माए, सतगुरु मैं पाया, सतगुर तां पाया, सहज सेती मन बचियां वाधाइयां। प्यारिओ, आनंद एक सहज आया। फिर सुनियो, सहज सेती आनंद आया। सहज दा अर्थ ऐसा नहीं, सहज भी एक अवस्था है। तुसी जदों किते पाठ करोगे लावां दा, चौथड़ी लाम सहज है। लावां नूं भावें असीं आनंद पढ़ने कहने, आनंद कारज कहने, हर चौथड़ी लाम मन सहज भया, हर पाया बलराम जीओ, गुरमुख मिलिया सुभाए हर मन तन मीठा लाया बलराम जीओ,
हर मीठा लाया मेरे पर पाया आमदन खर बुलाई मन चिंदिया फल पाया स्वामी हर नाम वजी वादाई हर पर ठाकुर ठाकुर काज रचाया धन हिरदै नाम वेगासी वेगासी दा आखरी अर्थ भी गुरमुखो एक है कि अंदर दा आनंद अंदर दा खेड़ा। फिर बेनती सुन जिहड़ा भगती करदा है उस कोल ये आनंद है आनंद भया मेरी माए सतगुरु मैं पाया सतगुरता पाया सहज सेती मन वजियां वादाइयां। सहज ते आनंद जो चीज इनू फिर थोड़ा जा मैं बेनती एक्सप्लेन कर सका। आनंद अंदर दी सुरत दा ओ चढ़ाओ है। फिर सुनियो आनंद केवल बॉडी दा एक्शन नहीं, ये तो बाहर दी एक गल है। सुरत दा ओ खिड़ा ओ चढ़ा है कि जिस अवस्था विच पहुंच के प्यारे दुख आ जाए तो दुख भी अंदर नू वंचलित नहीं करता, सुख आ जाए तो बंदा सुख विच भी रब नू भुलदा। असल च दोनों चीज़ां बेचैनी पैदा कर दियां। जदों बंदा अत दा दुखी हुंदा कहंदा अज रात नींद नहीं पई, क्यों कहंदा बेचैनी च बतीत हो गई। ते जिदन सुख होया सुता उदन भी रात नहीं। जे पुछया अज रात क्यों नहीं सुता कहंदा अज खुशी विच ही नींद नहीं पई। बेचैनी तो है ना, खुशी विच भी नींद नहीं पई, गमी विच भी नहीं पई। महाराज सच्चे पातशाह कहंदे ने वो आनंद जिहड़ा है वो एक अंदर दी सुरत दा खिड़ाक है। जदों किसी नूं वो आनंद मिलदा है, सुबह मर्ज कीती भाई भिखारी वर्गा पुत्र दी मौत हो जाए तां भी अंदरों टिकिया है, जे पुत्र नूं विआहण वास्ते ले जांदे ने तां भी अंदरों टिकिया। आनंद है इनू बाणी च एक शब्द हुंदा है जी गुरमुख अंतर सहज है मन चढ़िया दसवें आकाश तिथै ओंग ना भुख है। आनंदी पुरुष दे अंदर ना दुख ते ना भुख कुछ भी नहीं, तिथै ओंग ना भुख है। हर अमृत नाम सुख वास नानक दुख सुख व्यापत नहीं जिथै आत्म राम प्रगास जिथे अंदर दा खेड़ा। फिर मेरी बेनती सुनियो, मैं अर्थ करके अगे निकल सकदा सी कि सदा आनंद की है। भगत दे घर च कदी गमी नहीं। आनंद है सहज संयुक्त। सहज दा अर्थ है जो नर दुख में दुख नहीं माने, सुख सने अर भय नहीं जांका कंचन माटी माने। दुख आवे ये नहीं किते क्या भगत नूं दुख नहीं आउंदा, क्योंकि साडी एक मुश्किल है। असी जदों धर्म की व्याख्या करने आ ते एक शब्द कहने आ कि इंसान इस दे कोल जिहड़ा मैं बंद कर दिता कि ठीक है जिहड़ा सुख है, असी सुख की परिभाषित सिर्फ के पाठ करो सुख मिलेगा कहने, पर कदी किसी ने कहा है कि परमात्मा का नाम जपो जे दुख आवे ते दुख नूं हंडाउण दी भी जांच आएगी। हजूर सच्चे पातशाह जी दे अमृत बोल ने कि जो नर दुख में दुख नहीं माने सुख सने अर भय नहीं जांका कंचन माटी माने। दुख आवे दुख नूं दुख ना मन्ने, सुख आवे ते सुख विच ज्यादा वहन विच ना वह जाए, ओदे सामने सोना ते मिट्टी एक है। फिर बेनती करा आनंद वो है कि जिदे विच सदा खेड़ा कदी चिंता झोरा गमी नहीं। हजूर ने कहा आनंद भया मेरी माए सतगुरु मैं पाया सतगुरता पाया सहज सेती सहज सेती। फिर अगे की होया मन वजियां वादाइयां। सतगुरता पाया सहज सेती मन वजियां वादाइयां। फिर अंदर एक शक्ति एनर्जी पैदा हो गई। जिन्ने दुनिया दे राग ने जिन्ना संगीत है जिन्नियां सुरा ने जिदे अंदर आनंद पैदा हो जाए चेते रखो 24 घंटे ओदे अंदर परमात्मा दा कीर्तन हुंदा रहिंदा, ओदे अंदर वो संगीत चलदा है। आनंद भया मेरी माए सतगुरु मैं पाया सतगुरता पाया सहज सेती मन वजियां वाधाइयां राग रतन परवार भरियां शब्द गावण आईयां। वो केड़ा शब्द प्यारे ओनू अखरी शब्द आपां कहांगे। ये अखरी शब्द तां उस परमात्मा तक ले जांदा पिया। सानू इहदे च गुरु वरतदा है, ओदे अंदर रब्बी गीत रब्बी शब्द दा संगीत शुरू हो गया। शब्द गावण आईयां शब्दों तां गावो खरी केरा मन जिनी वसाया कहे नानक आनंद होवा सतगुरु मैं पाया। फिर होर थोड़ी जी बेनती सुनियो, जिस नूं आनंद मिल जाता है ओदे अंदर पाप नां दी कोई चीज़ नहीं रहिंदी, ओदे अंदर कुकर्म नां दी कोई चीज़ नहीं।
ਇਹ ਵੀ ਆਨੰਦ ਸਾਹਿਬ ਵੀ ਤੁਸੀਂ ਪੜ੍ਹਦੇ ਹੋ, ਕਰ ਕਿਰਪਾ ਕਿਲ ਵਿਖ ਕੱਟੇ। ਇਹ ਵੀ ਮੈਂ ਪੌੜੀ ਬਾਣੀ ਚੋਂ ਲੈ, ਆਨੰਦ ਸਾਹਿਬ ਚੋਂ। ਜਿਹਦੇ ਉੱਪਰ ਉਹਦੀ ਕਿਰਪਾ ਹੋ ਜਾਏ, ਉਹਦੇ ਅੰਦਰ ਦੇ ਜਿੰਨੇ ਪਾਪ ਨੇ ਉਹ ਕੱਟੇ ਜਾਂਦੇ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਤਿਨ ਕਾ ਸ਼ਬਦ, ਇੱਥੇ ਸ਼ਬਦ ਦਾ ਅਰਥ ਬਾਣੀ ਨਹੀਂ, ਇੱਥੇ ਸ਼ਬਦ ਦਾ ਅਰਥ ਜਿਸ ਭਗਤ ਵਿੱਚ ਗੁਰੂ ਨੇ ਕਿਰਪਾ ਕਰ ਦਿੱਤੀ, ਰੱਬ ਦਾ ਨਾਮ ਟੇਕਿਆ, ਉਹਦੇ ਬੋਲ ਇੰਨੇ ਕੁ ਸਵਾਰ ਦਿੱਤੇ, ਜੋ ਕੁਝ ਆਪਣੇ ਮੂੰਹ ਤੋਂ ਬੋਲਦਾ ਇੱਥੇ ਵੀ ਸੱਤ ਤੇ ਉੱਥੇ ਵੀ ਸੱਤ ਹੈ। ਤਿੰਨ ਕਾ ਸ਼ਬਦ ਸੱਚਾ ਸਵਾਰਿਆ। ਮਹਾਰਾਜ ਕਹਿੰਦੇ ਨੇ ਇਹ ਹੈ ਇੱਕ ਆਨੰਦ ਜਿਹੜਾ ਗੁਰੂ ਤੋਂ ਪ੍ਰਾਪਤ ਹੁੰਦਾ। ਚਲੋ ਇੱਕ ਪੌੜੀ ਅਖੀਰ ਦੀ ਅਸੀਂ ਹੋਰ ਪੜ੍ਹ ਲਈ। ਇਹ ਸੀ ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਮਹਾਰਾਜ ਕਹਿੰਦੇ ਨੇ ਅਖੀਰ ਤੇ ਆਨੰਦ ਸੁਣੋ ਵੱਡ ਭਾਗੀਓ ਪਿਆਰਿਓ, ਆਹ ਹੈ ਭਗਤ ਦੇ ਅੰਦਰ ਆਨੰਦ। ਇੱਕ ਚਾਹ ਜਿਹਾ ਬਣਿਆ ਰਹਿੰਦਾ। ਸੱਚ ਐਵੇਂ ਕਦੀ ਕਦੀ ਕਿਸੇ ਨੂੰ ਝਲਕ ਜਦੋਂ ਮਿਲਦੀ ਹੈ ਨਾ, ਪਾਠ ਕਰਦੇ ਆ, ਉਹ ਕਹਿੰਦਾ ਪਤਾ ਨਹੀਂ ਮਿਲਿਆ ਵੀ ਕੁਛ ਨਹੀਂ, ਪਰ ਇੰਜ ਲੱਗਦਾ ਮੇਰੇ ਅੰਦਰ ਇੱਕ ਚਾਹ ਜਿਹਾ ਬਣਿਆ ਹੈ। ਅਸਲ ਚੇਤੇ ਰੱਖਿਓ, ਮੋਰ ਪਹਿਲਾਂ ਪਾਉਂਦਾ ਉਹਨੂੰ ਕੁਝ ਮਿਲਦਾ ਨਹੀਂ, ਬੱਦਲ ਨੂੰ ਵੇਖ ਕੇ ਚਾਹ ਆਪਣੇ ਆਪ ਹੀ ਜਨਮ ਲੈ ਲੈਂਦਾ। ਅੰਬ ਦੇ ਰੁੱਖ ਤੇ ਕੋਇਲ ਬੈਠਦੀ ਏ ਤੇ ਸੋਜ਼ ਭਰੇ ਨਗਮੇ ਗਾਉਂਦੀ ਏ, ਉਸ ਕੋਇਲ ਨੂੰ ਤਾਂ ਗਾਉਣਾ ਆਪਣੇ ਆਪ ਹੀ ਆ ਜਾਂਦਾ। ਬਸੰਤ ਦੀ ਰੁੱਤ ਆਉਂਦੀ ਏ, ਸੱਚ ਐਵੇਂ ਕਿ ਭਵਰਾ ਗੁੰਜਾਰਾ ਪਾਉਣ ਲੱਗ ਪੈਂਦਾ ਹੈ। ਜਿਸ ਦੇ ਅੰਦਰ ਪਰਮਾਤਮਾ ਦਾ ਆਨੰਦ ਆ ਜਾਏ, ਉਹਨੂੰ ਪੁੱਛ ਕੇ ਦੇਖੋ, ਕਹਿੰਦਾ ਇਹ ਤਾਂ ਸੁਤੇ ਸਿੱਧ ਚਾਉ ਆਪਣੇ ਆਪ ਹੀ ਬਣਿਆ ਰਹਿੰਦਾ। ਮਹਾਰਾਜ ਨੇ ਕਿਹਾ ਆਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਫਿਰ ਮਨੋਰਥ ਕੀ ਸੀ ਜੀ? ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਜਿੰਨੇ ਚਿੰਤਾ ਝੋਰੇ ਸਨਮੋਗੈ, ਉਤਰੇ ਸਗਲ ਵਸੂਰੇ। ਦੁੱਖ ਰੋਗ ਸੰਤਾਪ ਉਤਰੇ। ਮੈਂ ਤੁਕ ਤੋਂ ਦੂਰ ਨਹੀਂ ਜਾ ਰਿਹਾ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਮਹਾਰਾਜ ਕਹਿੰਦੇ ਨੇ ਉਹਨਾਂ ਦੇ ਮਨੋਰਥ ਪੂਰੇ ਹੋ ਗਏ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਉਹਨਾਂ ਨੇ ਸੱਚੀ ਬਾਣੀ ਸੁਣੀ, ਅੰਦਰ ਦੇ ਦੁੱਖ ਚਲੇ ਗਏ। ਮੈਂ ਬੇਨਤੀ ਕਰਾਂ, ਭਗਤੀ ਕਰਨ ਵਾਲਾ ਗੁਰੂ ਨਾਨਕ ਸਾਹਿਬ ਕਹਿੰਦੇ ਉਹਦੇ ਅੰਦਰ ਈਗੋ ਕੋਈ ਨਹੀਂ। ਸੱਚ ਐਵੇਂ ਇੱਥੇ ਮੈਂ ਸੁਬਾ ਕਿਹਾ ਸੀ, ਮਹਾਰਾਜ ਨੇ ਇਹ ਨਹੀਂ ਕਿਹਾ ਹਿੰਦੂ ਭਗਤ, ਇਹ ਨਹੀਂ ਕਿਹਾ ਮੁਸਲਮਾਨ ਦਰਵੇਸ਼, ਇਹ ਨਹੀਂ ਕਿਹਾ ਜੋ ਕਮਾਉਣ ਵਾਲਾ ਭਗਤ, ਇਹ ਨਹੀਂ ਕਿਹਾ ਕਿਸੇ ਹੋਰ ਧਰਮ ਦਾ ਭਗਤ। ਉਹ ਪਿਆਰਿਓ, ਭਗਤ ਦਾ ਸੰਬੰਧ ਹੀ ਸਿੱਧਾ ਪਰਮਾਤਮਾ ਨਾਲ ਹੁੰਦਾ ਹੈ। ਆ ਸੰਕੀਰਨਤਾ ਤਾਂ ਆਪਾਂ ਲੋਕਾਂ ਖੜੀ ਕੀਤੀ ਹੈ। ਭਗਤੀ ਕਰਨ ਵਾਲਾ, ਮੈਂ ਬੇਨਤੀ ਕਰਾਂ, ਉਹਨੂੰ ਕਿਸ ਦਾਇਰੇ 'ਚ ਆਪਾਂ ਬੰਨਾਂਗੇ। ਇੱਥੇ ਥੋੜੀ ਜਿਹੀ ਮੈਂ ਕੋਈ ਉਦਾਹਰਨ ਦੇ ਦੇਣਾ ਸਮਝਣ ਲਈ। ਮੰਨ ਲਓ ਅਸੀਂ ਇਸ ਧਰਤੀ ਤੇ ਕਣਕ ਪੈਦਾ ਕਰਨੀ, ਭਗਤ ਕੀ ਹੈ? ਤੁਹਾਡੇ ਇਸ ਰਾਜਸਥਾਨ 'ਚ ਕਣਕ ਪੈਦਾ ਹੋਈ, ਪਾਣੀ ਲਾਇਆ, ਉਹਦੀ ਸੰਭਾਲ ਕੀਤੀ, ਉਸ ਕਣਕ ਨੇ ਸਾਧਨਾ ਇੰਨੀ ਕੁ ਕੀਤੀ ਹੈ, ਉਹਨੂੰ ਜਿਹੜਾ ਵੀ ਖਾਏਗਾ ਉਹਦੀ ਭੁੱਖ ਜਾਏਗੀ। ਪਿਆਰਿਓ, ਭਗਤੀ ਕਰਨ ਵਾਲਾ ਸਾਧਨਾ ਇੰਨੀ ਕੁ ਕਰਦਾ, ਉਹ ਜਿਹਦੇ ਨੇੜੇ ਵੀ ਬਹਿੰਦਾ ਉਹਨੂੰ ਠੰਡ ਹੀ ਪਾਈ ਜਾਂਦਾ। ਉਹਨੂੰ ਦੀਵਾਰ 'ਚ ਨਾ ਬੰਨੋ। ਮੇਰੀ ਬੇਨਤੀ, ਮੈਂ ਕੱਲ ਦਾ ਇਹ ਗੱਲ ਤੇ ਜ਼ੋਰ ਦੇ ਰਿਹਾ, ਗੁਰੂ ਨਾਨਕ ਦਾ ਸੱਚ ਕਿਸੇ ਇੱਕ ਫਿਰਕੇ ਵਾਸਤੇ ਸੱਚ ਨਹੀਂ। ਸਤਿਗੁਰੂ ਜਦੋਂ ਬੋਲਦਾ ਉਹ ਸਭਨਾ ਵਾਸਤੇ। ਇਸੇ ਕਰਕੇ ਕਿਹਾ, ਹਲ ਵਾਹਣ ਵਾਲਿਆ, ਝਾੜੂ ਲਾਉਣ ਵਾਲਿਆ, ਰਣ ਤੱਤੇ ਵੀ ਜੂਝਣ ਵਾਲਿਆ, ਪਾਠ ਕਰਨ ਵਾਲਿਆ, ਇਹ ਬ੍ਰਾਹਮਣ ਵੀਰ ਤੂੰ ਆ, ਇਹ ਖੱਤਰੀ ਵੈਸ਼ ਸ਼ੋ ਤੂੰ ਆ। ਗੁਰੂ ਕਹਿੰਦਾ ਜੋ ਮੈਂ ਬੋਲ ਰਿਹਾ ਕਿਸੇ ਇੱਕ ਫਿਰਕੇ ਲਈ ਨਹੀਂ, ਮੈਂ ਬੋਲਣਾ ਪਿਆ ਸਾਰਿਆਂ ਵਾਸਤੇ ਸਾਂਝਾ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਪਿਆਰਿਓ, ਕਦੀ ਸੋਚੋ ਰੱਬ ਦੀ ਬਣਾਈ ਦਾਤ ਸੂਰਜ ਹੈ ਕਿ ਮੈਂ ਕਬਜ਼ਾ ਕਰਕੇ ਕਹਾਂਗਾ ਸੂਰਜ ਪੂਰਬ ਵੱਲੋਂ ਨਿਕਲਦਾ ਸੀ, ਪੱਛਮ ਵਾਲਿਆਂ ਨੂੰ ਰੋਸ਼ਨੀ ਨਹੀਂ ਦੇਣੀ। ਸੂਰਜ ਕਹੇਗਾ ਤੇਰੀ ਅਗਿਆਨਤਾ ਹੈ, ਮੈਂ ਸੰਕੀਰਨਤਾ 'ਚ ਨਹੀਂ ਪਾਉਂਦਾ। ਉਹ ਸੂਰਜ ਸੰਕੀਰਨਤਾ ਤੋੜਦਾ। ਜਿਹੜਾ ਭਗਤੀ ਕਰਨ ਵਾਲਾ ਉਹ ਆਨੰਦ ਵਿੱਚ ਰਹਿੰਦਾ। ਅਗਲੀ ਗੱਲ ਮੈਂ ਜਿਹੜੀ ਕਰਨ ਲੱਗਾ, ਗੁਣਵੰਤਿਆਂ ਪਾਸ਼ਾਰ। ਹਾਲਾਂਕਿ ਬੰਦੇ ਦੀ ਖਿਮਾ ਕਰਿਓ, ਧਾਰਮਿਕ ਸ਼ਬਦ ਵਿੱਚ ਵੀ ਕੌਮੀ ਝਲਕਦੀ ਹੈ। ਜਦੋਂ ਮੈਂ ਕਹਿੰਦਾ ਮੈਂ ਬੜਾ ਗੁਣੀ ਆ, ਦੂਜੇ ਧਰਮ ਦਾ ਬੰਦਾ ਗੁਣੀ ਕਿਵੇਂ ਹੋ ਸਕਦਾ? ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ, ਇਸ ਈਗੋ ਨੂੰ ਤੋੜ ਖਤਮ ਕਰ। ਤੈਨੂੰ ਕਿਤੇ ਵੀ ਪਰਮਾਤਮਾ ਦੇ ਗੁਣ ਗਾਉਣ ਵਾਲਾ ਮਿਲੇ, ਉਹਦਾ ਕੋਈ ਵੀ ਧਰਮ ਹੋਵੇ, ਤੂੰ ਉਹਦੇ ਕੋਲ ਬੈਠ ਕੇ ਰੱਬ ਦੀ ਗੱਲ ਸੁਣੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਗਤੀ ਕਰਨ ਵਾਲਾ
ਉਹ ਸਭ ਗੁਣਵਾਨ ਲੋਕਾਂ ਦੇ ਚਰਨਾਂ ਦੀ ਛਾਂ ਬਣ ਕੇ ਰਹਿੰਦਾ ਹੈ। ਉਹ ਕਹਿੰਦਾ ਜਿਹੜਾ ਭਗਤੀ ਕਰਦਾ ਮੈਂ ਉਹਦੇ ਚਰਨਾਂ ਦੀ ਧੂੜ ਖਾਂ। ਆਓ ਥੋੜਾ ਜਿਹਾ ਮੈਂ ਬਾਣੀ ਚੋਂ ਬੇਨਤੀ ਕਰਾਂਗਾ। ਇੱਕ ਤਾਂ ਗੁਣ ਗ੍ਰਹਿਣ ਕਰਨ ਦੀ ਗੱਲ, ਜਿਹੜਾ ਅਸਲ 'ਚ ਭਗਤ ਹੈ ਉਹ ਹਮੇਸ਼ਾ ਗੁਣ ਹੀ ਗ੍ਰਹਿਣ ਕਰਦਾ। ਇਹ ਥੋੜਾ ਜਿਹਾ ਮੈਂ ਜ਼ੋਰ ਇਸ ਗੱਲ ਤੇ ਦੇਣਾ ਚਾਹੁੰਦਾ, ਕਿਉਂਕਿ ਜਿੰਨੀ ਤੇਜ਼ੀ ਨਾਲ ਅੱਜ ਔਗਣ ਫੈਲਦਾ ਹੈ, ਇੰਨੀ ਰਫ਼ਤਾਰ ਨਾਲ ਲੋਕੀ ਗੁਣ ਨੂੰ ਅੱਗੇ ਨਹੀਂ ਲੈ ਕੇ ਜਾਂਦੇ। ਸੁਣੋ, ਅੱਜ ਤਾਂ ਇਲੈਕਟ੍ਰੋਨਿਕ ਮੀਡੀਆ ਆ ਗਿਆ ਨਾ ਜੀ, ਆ ਬਿਜਲਈ ਸਭ ਕੁਝ। ਇੱਕ ਬੰਦਾ ਗਲਤੀ ਕਰਦਾ ਹੈ, ਮੰਨ ਲਓ ਇੱਕ ਬੰਦੇ ਨੇ ਤੁਹਾਡੇ ਸ਼ਹਿਰ 'ਚ ਗਲਤੀ ਕੀਤੀ, ਮੇਰਾ ਖਿਆਲ ਉਹ ਗਲਤੀ ਕਰਨ ਵਾਲਾ ਜੇ ਘਰ ਨਹੀਂ ਪਹੁੰਚਦਾ ਤੇ ਪੂਰੇ ਮੁਲਕ ਨੂੰ ਪਤਾ ਲੱਗ ਜਾਂਦਾ, ਫੇਸਬੁੱਕ ਤੇ ਪਾਇਆ ਫਲਾਣੇ ਬੰਦੇ ਗਲਤੀ ਕੀਤੀ। ਔਗਣ ਹੈ ਨਾ ਜੀ, ਕਿੰਨੀ ਤੇਜ਼ੀ ਨਾਲ ਅੱਗੇ ਵਧਿਆ। ਪਰ ਕਦੀ ਕਿਤੇ ਉਹ ਗੁਣ ਵੀ ਇੰਨੀ ਤੇਜ਼ੀ ਨਾਲ ਵੱਧਦੇ ਦੇਖੇ ਨੇ, ਕਿਉਂਕਿ ਬੰਦੇ ਦੀ ਬਿਰਤੀ ਔਗਣ ਇਕੱਠੇ ਕਰਨ ਦੀ ਬਣ ਗਈ ਹੈ, ਗੁਣ ਇਕੱਠੇ ਕਰਨ ਦੀ ਨਹੀਂ। ਕਿਸੇ ਬੰਦੇ ਦੇ ਔਗਣਾਂ ਨੂੰ ਜਿੰਨਾ ਭੰਡਿਆ ਜਾਂਦਾ ਹੈ, ਕਦੀ ਗੁਣ ਵਾਲੇ ਦੇ ਗੁਣਾਂ ਦੀ ਚਰਚਾ ਕਰੋ ਤੇ ਦੁਨੀਆ ਦਾ ਸਾਰਾ ਮਾਹੌਲ ਹੀ ਚੇਂਜ ਹੋ ਜਾਏ। ਫਿਰ ਬੇਨਤੀ ਸੁਣਾ, ਭਗਤੀ ਕਰਨ ਵਾਲਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਨੰਦ 'ਚ ਰਹਿੰਦਾ ਹੈ ਤੇ ਗੁਣ ਵਾਲਿਆਂ ਦੀ ਚਰਨਾਂ ਦੀ ਧੂੜ ਬਣਦਾ। ਤੇ ਅਰਜ਼ ਕਰਾਂ, ਗੁਣ ਕਿਤੋਂ ਵੀ ਮਿਲੇ। ਇੱਕ ਗੁਣ ਹੈ ਦੁਨਿਆਵੀ, ਮੰਨ ਲਓ ਕੋਈ ਪੜ੍ਹਨਾ ਸਿੱਖਣਾ ਚਾਹੁੰਦਾ ਹੈ, ਕਿਸੇ ਪ੍ਰੋਫੈਸਰ ਟੀਚਰ ਕੋਲ ਜਾ ਕੇ ਗੁਣ ਲੈਂਦਾ। ਕੋਈ ਮਕੈਨੀਕਲ ਕੋਈ ਚੀਜ਼ ਸਿੱਖਣੀ ਚਾਹੁੰਦਾ ਹੈ ਮਸ਼ੀਨ ਦੀ, ਉਹ ਕਿਸੇ ਮਿਸਤਰੀ ਕੋਲ ਜਾ ਕੇ ਗੁਣ ਲੈਂਦਾ। ਕੋਈ ਤਾਲੀਮ ਵੱਖ-ਵੱਖ ਥਾਵਾਂ ਤੋਂ ਗੁਣ ਲੈਂਦੇ। ਪਰ ਜਿਹੜੇ ਗੁਣ ਦੀ ਮੈਂ ਗੱਲ ਕਰ ਲੱਗਾ, ਇਹ ਰੂਹਾਨੀਅਤ ਦਾ ਗੁਣ ਹੈ। ਤੈਨੂੰ ਕਿਤੇ ਵੀ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਗੁਣਵਾਨ ਮਿਲੇ, ਉਹਦੇ ਚਰਨਾਂ ਦੀ ਧੂੜ ਬਣ ਕੇ ਤੂੰ ਗੁਣ ਮੰਗ ਲਈ। ਫਿਰ ਸੁਣੋ, ਜਿਹੜੇ ਗੁਣ ਨੇ ਇਹ ਇਸ ਤਰ੍ਹਾਂ ਬਣਨਗੇ ਜਿਵੇਂ ਤੁਹਾਡੇ ਸਾਡੇ ਸੱਕੇ ਭਰਾ ਨੇ। ਜਿੰਨੇ ਔਗਣ ਨੇ ਪਿਆਰਿਓ, ਇਹ ਔਗਣ ਇਸ ਤਰ੍ਹਾਂ ਹੋਣਗੇ ਕਿ ਜਿਵੇਂ ਮਾਨੋ ਸਾਡੇ ਪੈਰਾਂ ਵਿੱਚ ਜੰਜੀਰਾਂ ਪਾਈਆਂ। ਔਗਣ ਜੰਜੀਰ ਨੇ ਤੇ ਗੁਣ ਵੀਰ ਨੇ। ਮਹਾਰਾਜ ਜੀ ਨੇ ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕੀਤੀ। ਹਜ਼ੂਰ ਨੇ ਫਰਮਾਇਆ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਔਗਣ ਨੇ ਸੱਚਮੁੱਚ ਉਹ ਜੰਜੀਰਾਂ ਨੇ, ਪਰ ਜਿਹੜੇ ਗੁਣ ਨੇ ਉਹ ਭਰਾ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਕਹਿੰਦੇ ਨੇ ਜੇ ਤੇਰੇ ਕੋਲ ਗੁਣ ਹੋਵੇਗਾ, ਸੱਚ ਐਵੇਂ ਗੁਣ ਭਰਾਵਾਂ ਦੀ ਤਰ੍ਹਾਂ ਵੀਰ ਦੀ ਤਰ੍ਹਾਂ ਨੇ। ਔਗਣ ਜਿਹੜੇ ਨੇ ਉਹ ਜੰਜੀਰ ਦੀ ਤਰ੍ਹਾਂ ਔਗਣ ਬਣਦੇ ਨੇ ਤੇ ਗੁਣ ਜਿਹੜੇ ਨੇ ਉਹ ਭਰਾਵਾਂ ਦੀ ਤਰ੍ਹਾਂ ਛਡਾ ਦਿੰਦੇ ਨੇ। ਅਗਲੀ ਬੇਨਤੀ, ਕਿਤੇ ਵੀ ਜਾਓ, ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਦੇ ਮੈਂ ਇੱਕ ਸ਼ਬਦ ਲੈ ਲੈਣਾ ਸੂਈ ਰਾਗ 'ਚ। ਕਿਸੇ ਬੰਦੇ ਕੋਲ ਵੀ ਕੋਈ ਗੁਣ ਹੈ ਨਾ, ਯਤਨ ਕਰੋ ਉਸ ਗੁਣ ਨੂੰ ਗ੍ਰਹਿਣ ਕਰ ਲਈਏ। ਔਗਣ ਇਕੱਠੇ ਕਰਾਂਗੇ ਤੇ ਜ਼ਿੰਦਗੀ ਤਬਾਹ ਹੋ ਜਾਏਗੀ। ਜਿਹੜਾ ਬੰਦਾ ਲੋਕਾਂ ਦੇ ਔਗਣ ਫੋਲਦਾ ਹੈ, ਚੇਤੇ ਰੱਖਿਓ ਉਹਦੇ ਅੰਦਰ ਵੀ ਔਗਣਾਂ ਦੀ ਪਰਮਾਰ ਹੋ ਜਾਂਦੀ। ਜਿਹੜਾ ਇਨਸਾਨ ਗੁਣਾਂ ਦੀ ਗੱਲ ਕਰਦਾ ਹੈ, ਗੁਣਵੰਤਿਆਂ ਦੀ ਗੱਲ ਕਰਦਾ ਹੈ, ਮੈਂ ਬੇਨਤੀ ਕਰਾਂ, ਗੁਣ ਗ੍ਰਹਿਣ ਕਰਨ ਵਾਲਾ ਇੱਕ ਦਿਨ ਗੁਣਾਂ ਨਾਲ ਭਰਪੂਰ ਹੋ ਜਾਂਦਾ। ਥੋੜਾ ਜਾਓ, ਇੱਥੇ ਮੈਂ ਇੱਕ ਪ੍ਰਮਾਣ ਦੇਣਾ। ਗੁਰੂ ਨਾਨਕ ਸਾਹਿਬ ਦਾ ਇੱਕ ਅੰਮ੍ਰਿਤ ਬੋਲ ਹੈ, ਉਹ ਸ਼ਬਦ ਹੈ, ਹਜ਼ੂਰ ਨੇ ਫਰਮਾਇਆ ਕਿ ਸਾਂਝ ਕਰੀਜੈ ਗੁਣਾ ਕੇਰੀ ਵਾਲਾ। ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਜੇ ਮੰਨ ਲਓ ਕਿਤੇ ਪਤਾ ਲੱਗ ਗਿਆ ਕਿਸੇ ਕੋਲ ਗੁਣ ਹੈ ਤੇ ਆਪਾਂ ਉਸ ਗੁਣ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ। ਭਗਤ ਉਹਦੇ ਅੰਦਰ ਈਗੋ ਹੀ ਕੋਈ ਨਹੀਂ। ਉਹ ਕਹਿੰਦਾ ਜੇ ਰੱਬ ਕਹਿਣ ਵਾਲੇ ਕੋਲ ਗੁਣ ਹੈ, ਮੈਂ ਉਹਦੇ ਕੋਲ ਵੀ ਜਾ ਕੇ ਬੈਠ ਜਾਵਾਂ। ਪਰ ਅੱਜ ਅਸੀਂ ਨਹੀਂ ਬਹਿ ਸਕਦੇ। ਮੰਨ ਲਓ ਇੱਕ ਬੰਦਾ ਕੋਈ ਦਰਵੇਸ਼ ਪਖੰਡੀ ਨਾ ਹੋਵੇ, ਜੋ ਅੱਲਾਹੂ ਅਕਬਰ ਕਹਿ ਰਿਹਾ ਹੈ, ਮੇਰਾ ਖਿਆਲ ਜੇ ਮੇਰੇ ਵਰਗਾ ਬੈਠ ਜਾ, ਲੋਕੀ ਸਿੱਖ ਡਾਂਗਾ ਮਾਰਨਗੇ ਮੈਨੂੰ। ਕਿਉਂਕਿ ਗੁਣਵੰਤਿਆਂ ਪਛਾਰ, ਗੁਣਾਂ ਵਾਲਿਆਂ ਦੇ ਚਰਨਾਂ ਦੀ ਧੂੜ ਬਣਨਾ। ਸਤਿਗੁਰੂ ਕਹਿੰਦੇ ਨੇ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਸਾਂਝ ਕਿਹੋ ਜੀ ਕਰ? ਪਹਿਲਾ ਬਚਨ ਕੀਤਾ, ਕਹਿੰਦੇ ਨੇ ਮੰਨ ਲਓ ਇੱਕ ਡੱਬਾ ਸਾਨੂੰ ਮਿਲ ਗਿਆ, ਇੱਕ ਬਕਸਾ ਮਿਲ ਜਾਏ, ਉਹਦੇ ਵਿੱਚ ਸੁਗੰਧੀ ਭਰੀ ਪਈ ਹੈ ਤੇ ਤੇਰਾ ਫਰਜ਼ ਬਣਦਾ ਹੈ ਤੂੰ ਉਸ ਡੱਬੇ ਨੂੰ ਖੋਲ। ਜਿਹੜੀ ਉਹਦੇ ਵਿੱਚ ਸੁਗੰਧੀ ਸਮੈਲ ਹੈ, ਉਹਦੇ ਵਿੱਚੋਂ ਤੂੰ ਕੁਝ ਰਸ ਲੈ ਲੈ। ਇਹਦਾ ਭਾਵ ਇਹ ਵੇ, ਇੱਕ ਬੰਦਾ ਨੇਕੀਆਂ ਦਾ ਡੱਬਾ ਹੈ, ਉਹਦੇ ਕੋਲ ਚੰਗੇ ਗੁਣ ਇੰਨੇ ਕੁ ਨੇ, ਪੁੱਛੋ ਕੁਝ ਨਾ। ਤੂੰ ਇੱਕ ਕੰਮ ਕਰ, ਜਿਵੇਂ ਡੱਬੇ ਵਿੱਚ ਸੁਗੰਧੀ ਹੋਵੇ, ਉਹਨੂੰ ਖੋਲ ਕੇ ਸਮੈਲ ਲੈ ਲਈ ਦੀਏ। ਜੇ ਬੰਦਗੀ ਕਰਨ ਵਾਲਾ ਤੈਨੂੰ ਕੋਈ ਮਿਲ ਜਾਏ, ਪਿਆਰਿਆ, ਤੂੰ ਉਹਦੇ ਕੋਲ ਬੈਠ ਕੇ ਨਾਮ ਦੀ ਸੁਗੰਧੀ ਲੈ। ਤੇ ਜੇ ਤੈਨੂੰ ਪਿਆਸ ਲੱਗੀ
ਮੰਨ ਲਓ ਪਾਣੀ ਇੱਕ ਸਰੋਵਰ ਵਿੱਚ ਭਰਿਆ ਪਿਆ, ਉੱਤੇ ਉਹਦੇ ਹਰੇ ਰੰਗ ਦਾ ਬੂਰ ਆ ਗਿਆ, ਜਾਲਾ ਆ ਗਿਆ, ਜਿਹਨੂੰ ਪਿਆਸ ਲੱਗੀ ਹੁੰਦੀ ਏ ਉਹ ਜਾਲੇ ਨੂੰ ਪਾਸੇ ਕਰ ਦਿੰਦਾ ਹੱਥਾਂ ਨਾਲ ਝੋਲ ਕੇ, ਤੇ ਅੰਦਰੋਂ ਪਾਣੀ ਦੀਆਂ ਬੁੱਕਾਂ ਭਰ ਕੇ ਪੀ ਲੈਂਦਾ। ਉਹ ਜਾਲਾ ਨਹੀਂ ਦੇਖਦਾ। ਜੇ ਤੂੰ ਗੁਣ ਲੈਣੇ ਨੇ, ਔਗਣਾ ਨੂੰ ਝੋਲ ਕੇ ਪਰਾਂ ਕਰ ਦੇ। ਪਿਆਸ ਲੱਗੀ ਹੋਵੇ, ਬੰਦੇ ਕਾਈ ਵੱਲ ਧਿਆਨ ਨਹੀਂ ਦਿੰਦੇ, ਉੱਪਰ ਪਾਣੀ ਦੇ ਆਏ ਹੋਏ ਬੂਰ ਨੂੰ ਨਹੀਂ ਦੇਖਦੇ, ਉਹ ਇੱਕ ਪਾਸੇ ਹੱਥਾਂ ਨਾਲ ਕਰਕੇ ਥੱਲਿਓਂ ਨਿਰਮਲ ਨੀਰ ਕੱਢ ਕੇ ਬੁੱਕ ਭਰ ਕੇ ਪੀ ਲੈਂਦੇ ਨੇ। ਉਹ ਤੂੰ ਜਿੱਥੇ ਵੀ ਜਾ ਔਗਣਾ ਨੂੰ ਇੱਕ ਪਾਸੇ ਕਰ ਦੇ, ਗੁਣਾ ਦੀ ਬੁੱਕ ਭਰ ਕੇ ਆਪਣੀ ਜ਼ਿੰਦਗੀ 'ਚ ਧਾਰਨ ਕਰ ਲੈ। ਮਹਾਰਾਜ ਜੀ ਦੇ ਬਚਨ ਨੇ, ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਵਾਸੁਲਾ ਮੀਨਸ ਡੱਬਾ, ਪੈਕਟ ਜਿਹਦੇ ਵਿੱਚ ਮੰਨ ਲਓ ਕਿ ਸੁਗੰਧੀ ਭਰੀ ਪਈ। ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਗੁਣਵੰਤਿਆਂ ਪਾਸ਼ਾਰ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ। ਤੂੰ ਸਾਂਝ ਗੁਣਾ ਦੀ ਕਰ, ਔਗਣਾ ਤੋਂ ਤੂੰ ਕੀ ਲੈਣਾ। ਪਰ ਅੱਜ ਮੈਂ ਫਿਰ ਬੇਨਤੀ ਕਰਦਿਆਂ, ਜਿੰਨੀ ਬੰਦੇ ਦੀ ਨੈਗੇਟਿਵ ਅਪਰੋਚ ਅੱਜ ਹੈ, ਸ਼ਾਇਦ ਪਹਿਲਾਂ ਇੰਨੀ ਨੈਗੇਟਿਵ ਅਪਰੋਚ ਕਦੀ ਤੁਸੀਂ ਦੇਖੀ ਹੋਵੇ। ਇਹ ਸੋਚਦੀ ਬੜਾ ਗਲਤ ਹੈ। ਕਦੀ ਕਿਸੇ ਬੰਦੇ ਦੀ ਸਿਫਤ ਬਰਦਾਸ਼ਤ ਨਹੀਂ ਕਰ ਸਕਦਾ, ਸੱਚੀ ਗੱਲ ਹੈ। ਬਾਬੇ ਨੇ ਹੀ ਕਿਹਾ, ਕਹਿਣ ਲੱਗੇ ਮੁਸਲਮਾਨ ਕੋਲ ਹਿੰਦੂ ਦੀ ਸਿਫਤ ਕਰੋ, ਬਰਦਾਸ਼ਤ ਨਹੀਂ ਕਰਦਾ। ਹਿੰਦੂ ਕੋਲ ਮੁਸਲਮਾਨ ਦੀ ਕਰੋ, ਕਿਵੇਂ ਸੁਣੇਗਾ। ਜੋਗੀ ਕੋਲ ਕਿਸੇ ਗ੍ਰਸਤੀ ਦੀ ਕਰੋ, ਕਿਵੇਂ ਸੁਣੇਗਾ। ਕਹਿੰਦੇ ਨੇ ਜਿਹੜਾ ਰੱਬ ਦਾ ਅਸਲੀ ਭਗਤ ਹੈ, ਉਹਨੂੰ ਕਿਸੇ ਫਿਰਕੇ ਵਿੱਚ ਵੀ ਗੁਣਵਾਨ ਮਿਲ ਜਾਓ, ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ, ਉਹ ਗੁਣਾਂ ਦੀ ਸਾਂਝ ਪਾਉਂਦਾ। ਮੈਂ ਤੇ ਇੱਕ ਉਦਾਹਰਨ ਦੇਣ ਲੱਗਾ। ਦੇਖੋ, ਇਸ ਦੁਨੀਆ 'ਚ ਸਭ ਅੱਛਾ ਨਾ ਪਹਿਲਾਂ ਸੀ ਨਾ ਹੈ, ਤੇ ਮੇਰੀ ਅਨਪੜਤਾ ਨਾ ਸਮਝੋ, ਨਾ ਸਭ ਅੱਛਾ ਅੱਗੇ ਹੋਣਾ। ਹਰ ਜੁਗ ਜੁਗ ਭਗਤ ਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਤੇ ਚੇਤੇ ਰੱਖਿਓ, ਜੇ ਜੁਗ ਜੁਗ ਭਗਤ ਪੈਦਾ ਹੋਇਆ ਤੇ ਜੁਗ ਜੁਗ ਦੁਸ਼ਟ ਵੀ ਪੈਦਾ ਹੋਇਆ ਹੈ। ਇਹ ਨਾਲ ਹੀ ਤੁਰਿਆ ਹੁੰਦਾ। ਇਸਲਾਮੀ ਤੇ ਈਸਾਈਅਤ ਕਹਿੰਦੀ ਏ ਕਿ ਰੱਬ ਨੇ ਪਹਿਲਾਂ ਇਨਸਾਨ ਪੈਦਾ ਕੀਤਾ। ਮੈਂ ਕਹਿੰਦਾ ਰੱਬ ਨੇ ਇਨਸਾਨ ਤੋਂ ਪਹਿਲਾਂ ਸ਼ੈਤਾਨ ਨਾ ਪੈਦਾ ਕਰ ਦਿੱਤਾ, ਜਿਨੇ ਇਨਸਾਨ ਨੂੰ ਭਟਕਾ ਦਿੱਤਾ। ਸ਼ੈਤਾਨ ਤੇ ਇਨਸਾਨ ਦੇ ਨਾਲ ਤੁਰਿਆ ਹੁੰਦਾ। ਕਦੀ ਇਸ ਨੂੰ ਭੁਲਾ ਸਕਨੇ ਅਸੀਂ। ਜੇ ਇਨਸਾਨ ਹੈ ਨਾਲ ਸ਼ੈਤਾਨ ਹੈ, ਜੇ ਪ੍ਰਹਿਲਾਦ ਹੈ ਨਾਲ ਹਰਨਾਕਸ਼ ਹੈ, ਜੇ ਕ੍ਰਿਸ਼ਨ ਜੀ ਆਏ ਨੇ ਤੇ ਕੰਸ ਨਾਲ ਪਹਿਲਾਂ ਬੈਠੇ, ਜੇ ਸ਼੍ਰੀ ਰਾਮਚੰਦਰ ਜੀ ਨੇ ਤੇ ਰਾਵਣ ਪਹਿਲਾਂ ਬੈਠਾ ਹੈ, ਜੇ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਹੁੰਦਾ ਤੇ ਪਾਪ ਦੀ ਜੰਜ ਦਾ ਲਾੜਾ ਬਾਬਰ ਵੀ ਦੁਨੀਆ ਤੇ ਆ ਰਿਹਾ। ਇਹ ਸੰਸਾਰ ਦੀ ਖੇਡ ਹੈ, ਪਰ ਅਸੀਂ ਕਿਵੇਂ ਵਰਤਣਾ ਸੰਸਾਰ 'ਚ। ਫਿਰ ਬੇਨਤੀ ਕਿ ਜੇ ਗੁਣ ਹੋਵਣ ਸਾਂਝਣਾ, ਭਗਤੀ ਕਰਨ ਵਾਲਾ ਕਹਿੰਦਾ ਜੇ ਕਿਸੇ 'ਚ ਗੁਣ ਉਹਨੂੰ ਗ੍ਰਹਿਣ ਕਰ ਲੈ। ਇੱਥੇ ਮੈਂ ਇੱਕ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ, ਉਹਨਾਂ ਦੀ ਰਚਨਾ ਵਿੱਚੋਂ ਇੱਕ ਬੇਨਤੀ ਕਰਨੀ ਚਾਹਾਂਗਾ। ਤੁਸੀਂ ਇਕਾਗਰਤਾ ਨਾਲ ਮੇਰੀ ਬੇਨਤੀ ਸੁਣਿਓ, ਮੈਂ ਸਬਜੈਕਟ ਨੂੰ ਅੱਜ ਪੂਰਿਆਂ ਕਰ ਸਕਾਂ। ਉਹ ਕਹਿੰਦੇ ਹਰ ਚੀਜ਼ ਨੂੰ ਦੇਖਣ ਦਾ ਆਪੋ ਆਪਣਾ ਨਜ਼ਰੀਆ। ਮੇਰਾ ਖਿਆਲ ਕਾਫੀ ਬੰਦੇ ਐਸੇ ਨੇ ਜਿਹੜੇ ਹਮੇਸ਼ਾ ਕਿਸੇ ਚੀਜ਼ ਨੂੰ ਦੇਖ ਕੇ ਉਹਦੇ ਔਗਣ ਹੀ ਕੱਢਦੇ ਨੇ, ਆਲੋਚਨਾ ਕਰਦੇ ਨੇ। ਹਾਲਾਂਕਿ ਸਾਹਿਤ ਵਿੱਚ ਆਲੋਚਨਾ ਨੂੰ ਬੜੀ ਵੱਡੀ ਥਾਂ ਦਿੱਤੀ ਗਈ। ਲਿਟਰੇਰੀ ਬੰਦਿਆਂ ਨੂੰ ਪਤਾ ਹੈ ਕਿ ਆਲੋਚਨਾ ਵੀ ਇੱਕ ਪੱਖ ਹੈ, ਪਰ ਪੜ੍ਹਿਆਂ ਲਿਖਿਆਂ ਦੀ ਆਲੋਚਨਾ ਉਸਾਰੂ ਹੋਵੇ। ਨੁਕਤਾ ਚੀਨੀ ਤੇ ਨਿੰਦਿਆ ਦੋ ਸ਼ਬਦ ਨੇ, ਪਰ ਨਿੰਦਿਆ ਵਿੱਚ ਤੇ ਨੁਕਤਾ ਚੀਨੀ 'ਚ ਫਰਕ ਹੈ। ਆਪਾਂ ਕਹਾਂਗੇ ਜੀ ਇਹ ਕਿਵੇਂ। ਨੁਕਤਾ ਚੀਨੀ ਉਸਾਰੂ ਕੰਮ ਪੈ ਕਰਦੀ ਏ, ਤੇ ਨਿੰਦਿਆ ਜਿਹੜੀ ਉਹ ਹਰ ਚੀਜ਼ ਨੂੰ ਖੰਡਨ ਕਰੀ ਜਾਂਦੀ। ਨੁਕਤਾ ਮੀਨਸ, ਉਰਦੂ ਵਿੱਚ ਨੁਕਤਾ ਸੀ ਇੱਕ ਬਿੰਦੀ ਨੂੰ ਕਹਿੰਦੇ, ਜੇ ਮੰਨ ਲਓ ਇੱਕ ਟਿੱਪੀ ਬਿੰਦੀ ਲਾਈਏ ਨਾ ਜੀ, ਉਹਨੂੰ ਕਹਿੰਦੇ ਨੁਕਤਾ। ਨੁਕਤਾ ਚਿੰਨਣਾ ਕੋਈ ਮਾੜੀ ਗੱਲ ਨਹੀਂ, ਨਿੰਦਿਆ ਕਰਨੀ ਮਾੜੀ ਗੱਲ ਹੈ। ਉਦਾਹਰਨ ਦੇ ਤੌਰ ਤੇ ਮੰਨ ਲਓ ਕਿ ਇੱਕ ਆਦਮੀ ਦੀਵਾਰ ਦੇ ਉੱਤੇ ਰੰਗ ਕਰ ਰਿਹਾ, ਪੇਂਟ ਕਰ ਰਿਹਾ, ਤੇ ਆਰਕੀਟੈਕਟ ਆਇਆ, ਰੰਗਾਂ ਦੀ ਸਮਝ ਰੱਖਣ ਵਾਲਾ ਆਇਆ। ਉਹਨੇ ਸਾਰੀ ਦੀਵਾਰ ਨੂੰ ਧਿਆਨ ਨਾਲ ਦੇਖਿਆ, ਪਰ ਉਹਨੇ ਆਪਣੇ ਹੱਥ 'ਚ ਇੱਕ ਪੈਨ ਲੈ ਲਿਆ। ਦੀਵਾਰ ਦੀਆਂ ਕੁਝ ਥਾਵਾਂ ਤੇ ਉਹ ਵ੍ਰਿਤਾਕਾਰ ਨਿਸ਼ਾਨ ਪਾਈ ਜਾਂਦਾ ਗੁਲਾਈ 'ਚ, ਤੇ ਨਾਲ ਕਹੀ ਜਾਂਦਾ ਇਹਨੂੰ ਧਿਆਨ ਨਾਲ ਦੇਖ, ਲਾਈਟ ਬਾਲ ਕੇ, ਇੱਥੇ ਤੇਰਾ ਰੰਗ ਸਹੀ ਨਹੀਂ ਹੋਇਆ। ਉਹ ਨੁਕਤੇ ਦੱਸੀ ਜਾਂਦਾ, ਇਹ ਥਾਂ ਠੀਕ ਨਹੀਂ, ਆ ਠੀਕ ਹੈ। ਪਿਆਰਿਓ, ਉਹਦੇ ਨੁਕਤੇ ਦੀਵਾਰ ਲਈ ਚੰਗੇ ਨੇ, ਕਿਉਂਕਿ ਜਿੰਨਾ ਥਾਵਾਂ ਤੇ ਰੰਗ ਸਹੀ ਨਹੀਂ ਆਇਆ, ਉਹ ਨੁਕਤੇ ਚੀਨ ਚੀਨ ਕੇ ਨਿਸ਼ਾਨ ਲਾ ਲਾ ਕੇ ਕਹਿ ਰਿਹਾ ਇਹਨੂੰ ਦੁਬਾਰਾ ਰੰਗ ਕਰ। ਤੇ ਮੇਰੇ ਵਰਗਾ ਮੂਰਖ ਆਏ ਕਿ ਉਹ ਰੰਗ ਕਾਹਦਾ ਕੀਤਾ, ਢਾ ਦੇ ਸਾਰੀ ਦੀਵਾਰ।
ਚੇਤੇ ਰੱਖਿਓ, ਦੀਵਾਰ ਨੂੰ ਢਾਣ ਦੀ ਗੱਲ ਕਰਨਾ ਨਿੰਦਿਆ ਹੈ, ਦੀਵਾਰ ਵਿੱਚ ਪਏ ਹੋਏ ਨੁਕਸ ਨੂੰ ਸਹੀ ਕਰਨਾ ਇਹ ਨੁਕਤਾ ਚੀਨਣਾ ਹੈ। ਫਿਰ ਸਮਝੋ ਧਿਆਨ ਨਾਲ, ਨੁਕਤੇ ਨੂੰ ਚੀਨ, ਨੁਕਤਾ ਚੀਨ ਵਿਦਵਾਨ ਹੋ ਸਕਦਾ ਹੈ। ਚੇਤੇ ਰੱਖਿਓ, ਨਿੰਦਕ ਮੂਰਖ ਵੀ ਹੋ ਸਕਦਾ ਹੈ। ਮੂਰਖ ਬੰਦਾ ਨੁਕਤਾ ਚੀਨ ਨਹੀਂ ਹੋ ਸਕਦਾ। ਹਾਲਾਂ ਭਾਵੇਂ ਅਸੀਂ ਕਈ ਕਹਿ ਦਿੰਦੇ ਆ ਇਹ ਫਲਾਣਾ ਬੰਦਾ ਬੜਾ ਨੁਕਤਾ ਚੀਨੀ ਕਰਦਾ ਜੇ, ਨਹੀਂ ਨਹੀਂ, ਉਹ ਨਿੰਦਿਆ ਕਰ ਰਿਹਾ ਹੁੰਦਾ ਹੈ। ਨੁਕਤਾ ਚੀਨਣ ਵਾਸਤੇ ਵੀ ਗਿਆਨ ਚਾਹੀਦਾ ਹੈ। ਮੰਨ ਲਓ ਕਿਸੇ ਉਸਤਾਦ ਨੂੰ ਇੱਕ ਬੱਚਾ ਪੇਪਰ ਲਿਖਦਾ, ਟੀਚਰ ਪੇਪਰ ਦੇਖਦਾ, ਤੇ ਜਦੋਂ ਉਹ ਪੇਪਰ ਨੂੰ ਦੇਖ ਕੇ ਗੋਲ ਗਦਾਰੇ 'ਚ ਲਾਲ ਪੈਨ ਨਾਲ ਪਾਈ ਜਾਂਦਾ ਹੈ, ਮੈਨੂੰ ਦੱਸੋ ਮੂਰਖ ਸਾਹਮਣੇ ਤੁਸੀਂ ਪੇਪਰ ਰੱਖੋ, ਚੀਨ ਕੇ ਦੱਸੇਗਾ ਸਵਾਲ ਗਲਤ ਕਿਹੜਾ ਤੇ ਠੀਕ ਕਿਹੜਾ? ਕਿਉਂਕਿ ਕਿਸੇ ਦਾ ਸਵਾਲ ਗਲਤ ਦੱਸਣ ਵਾਸਤੇ ਵੀ ਗਿਆਨ ਹੋਣਾ ਚਾਹੀਦਾ। ਨਿੰਦਿਆ ਜਿਹੜੀ ਹੈ ਉਹਦੇ ਲਈ ਗਿਆਨ ਕੋਈ ਨਹੀਂ, ਬੰਦੇ ਦੀ ਬਦਖੋਈ ਕਰਨੀ ਹੈ ਨਾ। ਜਿਹੜਾ ਬੰਦਾ ਇੱਕ ਦਿਨ ਸਕੂਲ ਗਿਆ ਉਹ ਵੀ ਨਿੰਦਕ ਬਣ ਸਕਦਾ ਹੈ, ਪਰ ਨੁਕਤਾ ਉਹ ਚੀਨ ਸਕਦਾ ਜਿਹਨੂੰ ਨੁਕਤੇ ਬਾਰੇ ਜਾਣਕਾਰੀ ਹੈ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਗੁਣਾਂ ਦੇ ਗ੍ਰਾਹਕ ਬਣਦਾ ਹੈ ਭਗਤੀ ਕਰਨ ਵਾਲਾ। ਮੈਂ ਅਰਜ਼ ਕਰਾਂਗਾ, ਕਿਤੇ ਵੀ ਗੁਣ ਮਿਲੇ ਉਹਨੂੰ ਅਸੀਂ ਗ੍ਰਹਿਣ ਕਰੀਏ, ਪਰ ਹਰ ਗੁਣ ਵਾਲੀ ਚੀਜ਼ ਵਿੱਚ ਕਿਤੇ ਨਾ ਕਿਤੇ ਔਗਣ ਜ਼ਰੂਰ ਦਿਸੇਗਾ। ਇਹ ਇਨਸਾਨ ਦਾ ਸੁਭਾਅ ਹੈ। ਮੈਂ ਤੁਹਾਨੂੰ 3 ਪ੍ਰਮਾਣ ਦੇਣਾ, ਬੜਾ ਸੌਖਾ ਸਮਝ ਪੈ ਜਾਗਾ। ਗੁਣਵੰਤਿਆਂ ਪਾਸ਼ਾ, ਇੱਕ ਮੋਰ ਕਾਲੀ ਕਟਾ ਚੜੀ, ਉਹਨੇ ਨੱਚਣਾ ਸ਼ੁਰੂ ਕਰ ਦਿੱਤਾ, ਪਹਿਲਾਂ ਪਾਣ ਲੱਗ ਪਿਆ। ਉਹ ਬੋਲਦਾ ਗਾਉਂਦਾ ਬੜਾ ਮਿੱਠਾ ਹੈ। ਵੇਖਣ ਵਾਲੇ ਨੇ ਕਿਹਾ, ਵਾਹ ਪਰਮਾਤਮਾ, ਇਸ ਮੋਰ ਨੂੰ ਕਿਸੇ ਨੇ ਨ੍ਰਿਤ ਸਿਖਾਇਆ ਤੇ ਨਹੀਂ? ਕਿਸੇ ਅਕੈਡਮੀ ਵਿੱਚ ਮੋਰ ਨੂੰ ਨੱਚਣਾ ਨਹੀਂ ਸਿਖਾਇਆ ਜਾਂਦਾ। ਇਹ ਜਮਾਂਦਰੂ ਹੀ ਰੱਬ ਨੇ ਇੱਕ ਨ੍ਰਿਤ ਦਿੱਤਾ ਹੈ, ਜਦੋਂ ਬੱਦਲ ਚੜ੍ਹਦਾ ਤੇ ਨੱਚਣ ਲੱਗ ਪੈਂਦਾ। ਇਹ ਨ੍ਰਿਤ ਰੱਬ ਨੇ ਦਿੱਤਾ ਉਹਨੂੰ, ਉਹ ਮਿੱਠਾ ਗਲੇ ਤੋਂ ਗਾਉਣ ਲੱਗ ਪੈਂਦਾ। ਸੱਚ ਇਹ ਵੀ ਜਦੋਂ ਪੰਖ ਬਖੇਰ ਕੇ ਪਹਿਲਾਂ ਪਾਉਂਦਾ, ਉਹਦੇ ਖੰਭਾਂ ਨੂੰ ਦੇਖ ਕੇ ਕਹਿੰਦੇ ਆ, ਵਾਹ ਰੱਬਾ, ਰੰਗ ਭਰਨ ਵਾਲੇ ਤਾਂ ਬੜੇ ਨੇ, ਪਰ ਤੇਰੇ ਵਰਗਾ ਰੰਗ ਭਰਨ ਵਾਲਾ ਕੋਈ ਨਹੀਂ। ਇੱਕ ਵਾਰੀ ਰੰਗ ਭਰ ਦਿੱਤਾ, ਨਾ ਫੇਟ ਹੁੰਦਾ ਤੇ ਨਾ ਕਦੀ ਫਿੱਕਾ ਪੈਂਦਾ। ਰੱਬ ਇੱਕ ਚਿੱਤਰਕਾਰ ਹੈ। ਧਿਆਨ ਨਾਲ ਸੁਣਿਓ, ਗੁਣਾ ਵਾਲਾ ਕਹਿ ਰਿਹਾ ਹੈ, ਨੱਚ ਬਹੁਤ ਸੋਹਣਾ ਰਿਹਾ ਮੋਰ, ਇਹਦੇ ਖੰਭਾਂ ਦਾ ਰੰਗ ਬੜਾ ਸੋਹਣਾ ਹੈ। ਗੁਣਾ ਵਾਲਾ ਕਹਿ ਰਿਹਾ ਇਹ ਗਾਂ ਬੜਾ ਸੋਹਣਾ ਰਿਹਾ ਹੈ। ਇੱਕ ਮੇਰੇ ਵਰਗਾ ਔਗਣ ਇਕੱਠੇ ਕਰਨ ਵਾਲਾ ਆ, ਉਹ ਕਹਿੰਦਾ ਇਹਦੇ ਖੰਭਾਂ ਦੀ, ਇਹਦੀ ਆਵਾਜ਼ ਦੀ, ਰੰਗ ਦੀ, ਗਾਉਣ ਦੀ, ਨੱਚਣ ਦੀ ਗੱਲ ਨਾ ਕਰੋ, ਇਹਦੇ ਪੈਰ ਵੇਖੋ ਕਿੰਨੇ ਗੰਦੇ ਨੇ। ਚੇਤੇ ਰੱਖਿਓ, ਗੁਣ ਵਾਲੇ ਨੂੰ ਗਲਾ ਤੇ ਖੰਭ ਦਿਸਦਾ ਹੈ, ਔਗਣ ਇਕੱਠੇ ਕਰਨ ਵਾਲਾ ਪੈਰਾਂ ਵਾਲੇ ਪਾਸੇ ਨੂੰ ਦੇਖੀ ਜਾ ਰਿਹਾ। ਮੋਰ ਤਾਂ ਇੱਕੋ ਹੀ ਹੈ ਨਾ, ਨਜ਼ਰੀਆ ਦੋ ਦਾ ਵੱਖ ਹੈ। ਫਿਰ ਬੇਨਤੀ ਸੁਣਿਓ, ਅੱਜ ਇਹ ਸਾਡੇ ਸਮਾਜ ਦਾ ਹਾਲ ਹੈ। ਅਸੀਂ ਕਿਸੇ ਬੰਦੇ ਦੇ 99% ਗੁਣ ਨਹੀਂ ਦੇਖਦੇ, 1% ਉਹਦਾ ਔਗਣ ਦੇਖਨੇ ਹਾਂ। ਔਗਣ ਨੂੰ ਅੱਗੇ ਲੈ ਕੇ ਤੁਰਨੇ ਆ। ਪਰ ਭਗਤੀ ਕਰਨ ਵਾਲਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਐਸਾ ਨਹੀਂ, ਉਹ ਆਨੰਦ ਵਿੱਚ ਰਹਿੰਦਾ ਤੇ ਗੁਣਾਂ ਵਾਲਿਆਂ ਦੇ ਚਰਨਾਂ ਦੀ ਧੂੜ। ਗੁਰੂ ਕਹਿੰਦਾ ਤੂੰ ਖੰਭ ਦੇਖ, ਤੂੰ ਉਹਦਾ ਨ੍ਰਿਤ ਦੇਖ, ਤੂੰ ਉਹਦੀ ਆਵਾਜ਼ ਦੇਖ, ਤੂੰ ਉਹਦੀਆਂ ਅੱਖਾਂ ਦੇਖ, ਤੂੰ ਉਹਦੇ ਪੈਰਾਂ ਨੂੰ ਦੇਖ ਕੇ ਉਹਨੂੰ ਨਿੰਦ ਨਾ। ਮੈਂ ਦੂਸਰੀ ਬੇਨਤੀ ਕਰਾਂ, ਅਸੀਂ ਦੇਖਨੇ ਆ ਪਾਣੀ ਖਲੋਤਾ ਛੱਪੜ ਵਿੱਚ, ਟੋਬੇ ਵਿੱਚ ਜਾਂ ਪੋਖਰ ਵਿੱਚ, ਉਹਦੇ ਵਿੱਚੋਂ ਕਮਲ ਦਾ ਫੁੱਲ ਪੈਦਾ ਹੋ ਗਿਆ। ਹੁਣ ਕਮਲ ਦਾ ਫੁੱਲ ਚਿੱਕੜ ਵਿੱਚੋਂ ਪੈਦਾ ਹੋਇਆ, ਸਾਨੂੰ ਸਭ ਨੂੰ ਪਤਾ। ਇੱਕ ਗੁਣ ਲੈਣ ਵਾਲਾ ਕਹਿੰਦਾ, ਵਾਹ ਪਰਮਾਤਮਾ, ਇਹ ਕਮਲ ਦਾ ਫੁੱਲ ਚਿੱਕੜ ਵਿੱਚੋਂ ਗੁਣ ਲੈ ਗਿਆ, ਸੁਗੰਧੀ ਲੈ ਗਿਆ, ਸਮੈਲ ਲੈ ਗਿਆ, ਕੋਮਲਤਾ ਲੈ ਗਿਆ। ਪਿਆਰਿਓ ਚੇਤੇ ਰੱਖਿਓ, ਜਿਹੜਾ ਗੁਣ ਦੇਖਦਾ ਉਹ ਫੁੱਲ ਦੀ ਸਿਫਤ ਕਰਦਾ ਹੈ, ਜਿਹੜਾ ਔਗਣਾਂ ਨਾਲ ਭਰਿਆ ਕਹਿੰਦਾ ਕਾਹਦੀਆਂ ਸਿਫਤਾਂ ਕਰਦੇ, ਇਹਦੀਆਂ ਜੜਾਂ ਤਾਂ ਵੇਖ ਗੰਦੇ ਚਿੱਕੜ ਵਿੱਚ ਖਲੋਤਾ ਹੋਇਆ। ਫੁੱਲ ਇੱਕੋ ਹੀ। ਅਗਲੀ ਬੇਨਤੀ ਕਰਾਂ, ਇੱਕ ਚੰਦਨ ਨੂੰ ਵੇਖ ਕੇ ਕਹਿੰਦਾ ਇਹਦੇ ਸੁਗੰਧੀ, ਕਿੰਨਾ ਰੱਬ ਨੇ ਗੁਣ ਦਿੱਤਾ ਹੈ, ਤੇ ਦੂਜਾ ਕਹਿੰਦਾ ਕਾਹਦੀ ਸੁਗੰਧੀ, ਇਹਦੀਆਂ ਟਾਹਣੀਆਂ ਤੇ ਝਾਤੀ ਮਾਰ ਕੇ ਦੇਖ ਜ਼ਰੀਲੇ ਸੱਪ ਇਹਨੂੰ ਚੰਬੜੇ ਹੋਏ। ਇਹ ਨੇੜਤਾ ਕਿੰਨਾ ਨੇ ਰੱਖਦਾ। ਚੰਦਨ ਦੇ ਜਿਨ੍ਹਾਂ ਨੇ ਗੁਣ ਲੈਣਾ ਉਹਨਾਂ ਨੂੰ ਸੁਗੰਧੀ ਦਿਸਦੀ ਏ। ਪਿਆਰਿਓ ਜਿਨ੍ਹਾਂ ਨੇ ਔਗਣ ਲੈਣੇ ਉਹਨਾਂ ਨੂੰ ਸੱਪ ਦਿਸਦੇ। ਜਿਨਨੇ ਕਮਲ ਕੋਲੋਂ ਗੁਣ ਲੈਣਾ ਉਹਨੂੰ ਕੋਮਲਤਾ, ਸੁਗੰਧੀ, ਮੁਲਾਇਮਤਾ ਦਿਸਦੀ ਏ। ਦੂਜੇ ਨੂੰ ਸੱਚੀ ਗੱਲ ਚਿੱਕੜੀ ਦਿਸੀ ਨਜ਼ਰ ਆ ਰਿਹਾ। ਜਿਨੇ ਗੁਣ ਲੈਣਾ ਉਹਨੂੰ ਮੋਰ ਦੇ ਗੁਣ ਦਿਸਦੇ ਨੇ, ਜਿਨੇ ਔਗਣ ਲੈਣਾ ਉਹਨੂੰ ਪੈਰ ਦਿਸਦੇ ਨੇ। ਮੈਂ ਤੀਸਰੀ ਬੇਨਤੀ ਕਰਾਂ, ਅੰਬ ਦਾ ਫਲ ਖਾਦਾ ਜਾਂਦਾ, ਉਹਨੂੰ ਅਸੀਂ ਅੰਮ੍ਰਿਤ ਫਲ ਵੀ ਕਹਿੰਦੇ ਆ। ਅੰਬ ਨੂੰ ਅੰਬ ਲਿਆ ਕੇ ਅਸੀਂ ਚੀਰਿਆ, ਖਾਦਾ। ਸਿਫਤ ਕਰਨ ਵਾਲੇ ਨੇ ਕਿਹਾ ਅੰਬ ਵਿੱਚ ਕਿੰਨੀ ਵੱਡੀ ਤਾਕਤ ਹੈ, ਕਈ ਬਿਮਾਰੀਆਂ ਦਾ ਇਲਾਜ ਕਰਦਾ। ਬੰਦੇ ਨੇ ਅੰਬ ਚੂਸ ਵੀ ਲਿਆ,
पर अंदर औगणा नाल भरिया बर्दाश्त नहीं कर सके। अंब की सिफत क्यों होवे? ਜਿਹੜੇ ਬੰਦੇ ਚੇਤੇ ਰੱਖਿਓ ਹੰਕਾਰ ਦੇ ਬਿਮਾਰੀ ਦੇ ਮਾਰੇ ਨੇ ਨਾ, ਉਹ ਕਈ ਵਾਰੀ ਪੰਛੀਆਂ ਦੀ ਸਿਫਤ ਵੀ ਬਰਦਾਸ਼ਤ ਨਹੀਂ ਜੀ ਕਰਦੇ। ਉਹ ਕਹਿੰਦਾ ਜਿਹੜੀ ਇਹਦੀ ਸਿਫਤ ਮੇਰੀ ਹੋਣੀ ਚਾਹੀਦੀ ਸੀ, ਜਿਹੜਾ ਭਾਲੂ ਨੱਚਦਾ ਪਿਆ ਮੇਰੇ ਪਾਸੇ ਪੈਣਾ ਚਾਹੀਦਾ ਸੀ। ਕਿਉਂਕਿ ਈਗੋਇਸਟ ਬੰਦਾ ਜਿਹੜਾ ਉਹ ਕਦੀ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ। ਉਹਨਾਂ ਕਿਹਾ ਵੀ ਅੰਬ ਖਾਧਾ, ਬੜਾ ਸਵਾਦ ਆਇਆ। ਉਹ ਖਾਣ ਤੋਂ ਬਾਅਦ ਇੰਨਾ ਕੀਰਤਕਰ ਨਿਕਲਿਆ, ਜਿੱਥੇ ਅੰਬ ਦੀਆਂ ਗਿਟਕਾਂ ਪਈਆਂ ਸਾਨੂੰ ਇਕੱਠੀਆਂ ਕਰ ਲਿਆ ਜੀ। ਉਹਨੇ ਗਿਟਕ ਨੂੰ ਫਾੜ ਦਿੱਤਾ, ਤੋੜ ਦਿੱਤਾ, ਉਹਦੇ ਵਿੱਚੋਂ ਗੁਠਲੀ ਨਿਕਲੀ। ਉਸ ਗੁਠਲੀ 'ਚ ਜਿਹੜਾ ਬੀਜ ਹੁੰਦਾ, ਤੁਹਾਨੂੰ ਸਭ ਨੂੰ ਪਤਾ, ਉਹ ਜ਼ਹਿਰ ਵਰਗਾ ਕੌੜਾ ਹੁੰਦਾ। ਅੰਬ ਉੱਪਰੋਂ ਚੂਸ ਲਿਆ, ਰਸ ਲੈ ਰਿਹਾ, ਉਹਦੇ ਛਿਲਕੇ ਨੂੰ ਤੋੜ ਕੇ ਗਿਟਕ ਵਿੱਚੋਂ ਗੁਠਲੀ ਕੱਢੀ, ਉਸ ਗੁਠਲੀ ਨੂੰ ਮੂੰਹ 'ਚ ਪਾ ਕੇ ਕਹਿੰਦਾ ਹੁਣ ਦੱਸੋ ਤੁਸੀਂ ਅੰਬ ਦੀਆਂ ਸਿਫਤਾਂ ਕਰਦੇ ਹੋ, ਇਹਦਾ ਬੀਜ ਤਾਂ ਜ਼ਹਿਰ ਤੋਂ ਵੱਧ ਕੌੜਾ ਹੈ। ਵੇਖਣ ਵਾਲਿਆਂ ਕਿਹਾ ਉਹ ਝੱਲਿਆ, ਜਿਸ ਚੀਜ਼ ਨੂੰ ਰੱਬ ਨੇ ਵੀ ਢੱਕ ਕੇ ਰੱਖਿਆ, ਪਰਦੇ ਥੱਲੇ ਰੱਖਿਆ, ਮੂਰਖਾਂ ਤੂੰ ਪਰਦੇ ਫੋਲ ਕੇ ਵੀ ਔਗਣ ਹੀ ਕੱਢੀ ਜਾਂਦਾ। ਰੱਬ ਨੇ ਗਿਟਕ ਦੀ ਗੁਠਲੀ ਜਿਹੜੀ ਉਹ ਵੀ ਲੱਕੜ 'ਚ ਰੱਖੀ, ਇਸ ਕਰਕੇ ਬੰਦੇ ਨੂੰ ਪਤਾ ਕੋਈ ਨਹੀਂ ਇਹ ਔਗਣ ਹੀ ਕੱਢੀ ਜਾਏਗਾ। ਉਹਨੇ ਕਿਹਾ ਛੱਡ ਪਰਾਂ, ਇਹ ਮੈਟਰ ਮੇਰਾ ਵੀ, ਇਹ ਕੌੜਾ ਹੈ ਕਿ ਕੀ ਹੈ, ਪਰ ਤੂੰ ਉੱਤੋਂ ਖਾ, ਤੈਨੂੰ ਮਿੱਠਾ ਮਿਲਿਆ ਨਾ। ਚੇਤੇ ਰੱਖਿਓ ਔਗਣ ਇਕੱਠੇ ਕਰਨ ਵਾਲੇ ਬੰਦੇ ਅੰਬ ਦੀ ਗੁਠਲੀ ਨੂੰ ਵੀ ਪਾੜ ਕੇ ਬਾਹਰ ਕੱਢ ਲੈਂਦੇ ਨੇ। ਜਿਨ੍ਹਾਂ ਗੁਣ ਗ੍ਰਹਿਣ ਕਰਨੇ ਨੂੰ ਕੇਵਲ ਰਸ ਨੂੰ ਦੇਖਦੇ ਨੇ। ਮੇਰੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ। ਮੈਂ ਫਿਰ ਬੇਨਤੀ ਕਰ ਰਿਹਾ, ਗੁਨਾਹ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਗੁਣਵੰਤਿਆਂ ਪਾਸ਼ਾੜ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ। ਇਹ ਮੈਂ ਜਿਹੜਾ ਤੁਹਾਨੂੰ ਉਦਾਹਰਨਾਂ ਦਿੱਤੀਆਂ ਨੇ, ਮੈਂ ਕਬਿਤ ਸਮਨਾ ਦੇਣਾ। ਹਿੰਦਵੀ ਤੇ ਬ੍ਰਿਜ ਭਾਸ਼ਾ ਦਾ ਮਿਲਵਾ ਇਹ ਬੋਲ ਹੈ, ਅਰਥ ਸਮਝ ਪੈ ਜਾਣਗੇ, ਹਿੰਦੀ ਤੁਸੀਂ ਸਮਝਦੇ ਹੋ। ਲਿਖਿਆ ਹੈ ਜੈਸੇ ਨੈਣ ਬੈਨ ਸੁੰਦਰ ਸਰਬੰਗ ਮੋਰ, ਤਾਂ ਕਿ ਪਗ ਔਰ ਦੇਖ ਦੋਖ ਨਾ ਵਿਚਾਰੀਐ। ਹਿੰਦੀ ਦੇ ਲਫ਼ਜ਼ ਨੇ ਨਾ ਜੀ, ਜੈਸੇ ਨੈਣ ਬੈਨ, ਬੈਨ ਮਤਲਬ ਬੋਲ, ਅੱਖਾਂ ਤੇ ਉਹਦੇ ਬੋਲ। ਜੈਸੇ ਨੈਣ ਬੈਨ ਸੁੰਦਰ ਸਰਬੰਗ ਮੋਰ, ਤਾਂ ਕਿ ਪਗ ਔਰ ਦੇਖ ਦੋਖ ਨਾ ਵਿਚਾਰੀਐ। ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਲੋਕਨਾ ਅਵਗਣ ਉਰਤਾਰੀਐ। ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ। ਤੈਸੇ ਗੁਰ ਗਿਆਨ ਦਾਨ ਸਭੂ ਤੇ ਮੰਗ ਲੀਜੈ, ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਐ। ਜਿੱਥੋਂ ਗਿਆਨ ਮਿਲੇ ਤੂੰ ਲੈ ਲੈ, ਜੇ ਨਹੀਂ ਮਿਲਦਾ ਤੇ ਤੂੰ ਕਿਉਂ ਡਸਟਬਿਨ ਬਣਿਆ ਫਿਰ। ਮੈਂ ਬੇਨਤੀ ਕਰਾਂ, ਮੇਰੇ ਮਨ 'ਚ ਕਈ ਵਾਰੀ ਆਉਂਦਾ ਹੈ, ਸਾਡੇ ਬੂਹੇ ਅੱਗੇ ਕੋਈ ਕੂੜਾ ਸੱਟ ਜਾਏ ਨਾ, ਆਪਾਂ ਡਾਂਗ ਲੈ ਕੇ ਜਾਂਦੇ ਹਾਂ। ਮੈਂ ਸਿੱਧੇ ਸਰਲ ਪੰਜਾਬੀ ਬੋਲਣਾ ਪਿਆ, ਅਸੀਂ ਮਾਰਨ ਤੱਕ ਜਾਂਦੇ ਹਾਂ, ਤੇਰੀ ਚੌਕੀ 'ਚ ਪਰਚਾ ਦਿਆਂਗਾ ਤੇਰੀ 'ਚ। ਤੂੰ ਮੇਰੇ ਬੂਹੇ ਅੱਗੇ ਗੰਦ ਸੱਟਿਆ, ਇੱਕ ਟੋਕਰੀ ਗੰਦ ਦੀ ਸੱਟੇ ਬੰਦਾ ਮਰਨ ਮਰਾਨ ਤੱਕ ਜਾਂਦਾ ਹੈ। ਤੇ ਜਿਹੜੀਆਂ ਟੋਕਰੀਆਂ ਆਪਣੇ ਅੰਦਰ ਲੋਕਾਂ ਦੇ ਗੰਦ ਦੀਆਂ ਸੱਟੀਆਂ ਨੇ, ਕਦੀ ਕਿਸੇ ਪੁਲਿਸ 'ਚ ਕੇਸ ਨਹੀਂ ਦਰਜ ਕਰਾਇਆ ਕਿ ਮੇਰਾ ਮਨ ਲੋਗਣਾ ਦੇ ਔਗਣ ਇਕੱਠੇ ਪਿਆ ਕਰਦਾ। ਦੇਖੋ ਬੰਦਾ ਸਮਝ ਹੀ ਨਹੀਂ ਰਿਹਾ। ਭਾਈ ਸਾਹਿਬ ਕਹਿੰਦੇ ਤੂੰ ਗੁਣਾ ਦਾ ਗ੍ਰਾਹਕ ਬਣ, ਤੈਸੇ ਗੁਰ ਗਿਆਨ ਦਾਨ ਸਭ ਤੇ ਮੰਗ ਲੀਜੈ। ਬੰਦਨਾ ਸਕਲ ਭੂਤ, ਨਮਸਕਾਰ ਕਰਕੇ ਗੁਣ ਲੈ, ਸਦਾ ਆਨੰਦ ਰਹੇ ਦਿਨ ਰਾਤੀ। ਗੁਣਵੰਤਿਆਂ ਪਾਸ਼ਾਰ, ਤੈਸੇ ਗੁਰ ਗਿਆਨ ਦਾਨ ਸਭ ਤੇ ਮੰਗ ਲੀਜੈ। ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਐ, ਨਿੰਦਾ ਨਾ ਕਰ। ਮੈਂ ਦੋ ਪ੍ਰਮਾਣ ਤੁਹਾਨੂੰ ਹੋਰ ਦੇ ਦੇਣਾ, ਬੜੇ ਸੌਖੇ ਜੇ। ਦੇਖੋ ਵਾਂਸ ਤੇ ਗੰਨਾ ਵੇਖਣ ਨੂੰ ਦੋਨੋਂ ਇੱਕੋ ਜਿਹੇ ਨੇ ਨਾ। ਮੰਨ ਲਓ ਨਿੱਕਾ ਜਿਹਾ ਵਾਂਸ ਤੇ ਗੰਨਾ, ਉਹਦੀ ਪੋਰੀ ਲੱਕੜੀ ਦੋਵੇਂ ਜੀ। ਗੰਨਾ ਵੀ ਲੱਕੜੀ ਜੇ ਤੇ ਵਾਂਸ ਵੀ ਲੱਕੜੇ, ਪਰ ਕਦੀ ਵਾਂਸ ਨੂੰ ਚੂਬ ਕੇ ਗੰਨੇ ਵਰਗਾ ਰਸ ਆਇਆ? ਇਹ ਵੀ ਗੁਰੂ ਗ੍ਰੰਥ ਸਾਹਿਬ ਸ਼ਬਦ ਹੈ। ਵਾਂਸ ਕਦੀ ਕੋਈ ਨਹੀਂ ਜੇ ਚੂਬਦਾ, ਕਿਉਂਕਿ ਵਾਂਸ ਵਿੱਚ ਤਿੰਨ ਬੜੇ ਵੱਡੇ ਔਗਣ ਨੇ। ਪਹਿਲਾ ਔਗਣ ਇਹ ਵੇ ਹੰਕਾਰੀ ਹੈ ਤੇ ਅੰਦਰੋਂ ਥੋਥਾ ਹੈ, ਅੰਦਰੋਂ ਖਾਲੀ ਹੈ ਨਾ ਵਾਂਸ ਤੇ ਉੱਚਾ ਕਿੰਨਾ। ਦੂਜਾ ਇਹਦੇ ਵਿੱਚ ਔਗਣ ਇਹ ਵੇ ਕੁੱਲ ਘਾਤਕ ਹੈ, ਅੱਗ ਲਾ ਦਿੰਦਾ ਹੈ। ਤੀਸਰਾ ਇਹਦੇ ਵਿੱਚ ਔਗਣ ਗੰਢਾਂ ਵਾਲਾ, ਗੰਢਾਂ ਛੱਡਣ ਨੂੰ ਤਿਆਰ ਨਹੀਂ। ਪਰ ਚੇਤੇ ਰੱਖਿਓ ਬੰਤਰ ਗੰਨੇ ਦੀ ਵੀ ਇਹੋ ਜਿਹੀ, ਉਹਦੀਆਂ ਵੀ ਗੰਢਾਂ ਨੇ ਨਾ। ਜਦੋਂ ਤੁਸੀਂ ਗੰਨਾ ਬੀਜਦੇ ਹੋ, ਉਹਦੀ ਅੱਖ ਤੋਂ ਹੀ ਗੰਢ ਦੇ ਵਿੱਚੋਂ ਨਿਕਲਦਾ ਨਾ ਅਗਲਾ ਪੇਟਾ। ਪਰ ਚੇਤੇ ਰੱਖਿਓ ਉਹਨੂੰ ਰੱਬ ਨੇ ਰਸ ਦਿੱਤਾ ਹੈ। ਵਾਂਸ ਕਦੀ ਕਿਸੇ ਨੇ ਚੂਪਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੰਨੇ ਨੂੰ ਲੋਕ ਚੂਸਦੇ ਨੇ, ਪਰ ਜਿਹੜੇ ਗੰਨਾ ਚੂਬਦੇ ਨੇ, ਹੁਣ ਸਮੱਸਿਆ ਇਹ ਹੈ, ਸਾਡੇ ਸ਼ਹਿਰਾਂ 'ਚ ਨਿਆਣੇ ਗੰਨਾ ਖਾਣੇ ਹੀ ਕਹੀ ਜਾਂਦੇ ਨੇ। ਉਹਨਾਂ ਨੂੰ ਇਹ ਪਤਾ ਹੀ ਕੋਈ ਨਹੀਂ ਵੀ ਗੰਨਾ ਚੂਪੀ ਦਾ ਹੁੰਦਾ ਹੈ ਕਿ ਗੰਨਾ ਖਾਈ ਦਾ ਹੁੰਦਾ ਹੈ। ਕਿਉਂਕਿ ਚੂਪਿਆ ਹੋਵੇ ਤੇ ਪਤਾ ਲੱਗੇ ਨਾ।
ਉਹ ਗੰਨਾ ਖਾਣਾ ਹੀ ਮੰਗਦੇ ਨੇ। ਮੈਂ ਗੰਨਾ ਖਾਣਾ ਮੰਗਦਾ, ਮੈਂ ਕਿਹੜੀ ਸੋਚਣਾ ਵੀ ਵਾਹ ਰੱਬਾ ਇਹ ਪੰਜਾਬੀ ਦੀ ਵਕੈਬਲਰੀ ਕਿੱਥੇ ਜਾ ਕੇ ਖਲੋਵੇਗੀ। ਜਿਹੜੀ ਚੀਜ਼ ਖਾਣ ਵਾਲੀ ਉਹ ਚੁੱਪੀ ਜਾ ਰਹੇ ਨੇ, ਜਿਹਨੂੰ ਚੁੱਪਣਾ ਸੀ ਉਹਨੂੰ ਖਾਣਾ ਕਹਿ ਰਹੇ ਨੇ। ਹੁਣ ਗੰਨਾ ਚੁੱਪਣਾ ਹੁੰਦਾ ਹੈ ਨਾ, ਇਹਨੂੰ ਹਿੰਦੀ ਤੁਸੀਂ ਚੂਸੀਆ ਕਹਿ ਲਓ। ਹੁਣ ਜਦੋਂ ਗੰਨਾ ਚੂਪਦੇ ਸਨ, ਹਾਲਾਂਕਿ ਟੀਕਾਕਾਰਾਂ ਨੇ ਅਰਥ ਇਹ ਕੀਤੇ ਨੇ ਕਿ ਗੰਨੇ ਵਿੱਚ ਰਸ ਹੈ ਤੇ ਕਿੰਨਾ ਦੁੱਖ ਪਾਉਂਦਾ ਹੈ ਰਸ ਲੈਣ ਲਈ, ਪਰ ਮੈਂ ਇਹਦੇ ਅਰਥ ਕਰਨਾ ਹੁੰਦਾ ਜਦੋਂ ਅਸੀਂ ਗੰਨੇ ਦਾ ਰਸ ਲੈਣਾ ਹੈ। ਮੈਨੂੰ ਪਤਾ ਜਦੋਂ ਗੰਨਾ ਕਦੀ ਚੂਪਣਾ, ਹੁਣ ਤਾਂ ਚਲੋ ਸ਼ਹਿਰ 'ਚ ਆ ਗਏ ਨਾ ਜੀ, ਉਹ ਗੱਲਾਂ ਹੀ ਪਿੰਡ ਵਾਲੀਆਂ ਭੁੱਲ ਗਈਆਂ। ਆ ਜਿਹੜੇ ਦੰਦ ਸਨ, ਬਾਚੀਆਂ ਥੱਕ ਜਾਣੀਆਂ, ਬਾਚੀਆਂ ਸਮਝਣਾ ਆਪਾਂ, ਜਵਾੜੇ ਜਿਹਨੂੰ ਕਹਿੰਦੇ, ਥੱਕ ਜਾਣੇ। ਤੇ ਜਦੋਂ ਰਾਤ ਨੂੰ ਰੋਟੀ ਖਾਣੀ ਤੇ ਸਲੂਣਾ ਲੱਗਣਾ, ਸਲੂਣਾ ਲੂਣ ਲੱਗਣਾ, ਪੁੱਛਣਾ ਕਿਉਂ, ਤੇ ਘਰਦਿਆਂ ਕਹਿਣਾ ਹੁਣ ਪਾ ਦੁੱਖ। ਉਦੋਂ ਤਾਂ ਮਿੱਠੇ ਵਾਲੇ ਚੂਪਦੇ ਰਹੇ ਗੰਨੇ, ਅੰਦਰੋਂ ਮਸੂੜੇ ਸਾਰੇ ਉੱਚ ਜਾਣੇ, ਛਿੱਲੇ ਜਾਣੇ, ਤੇ ਦੂਜੇ ਦਿਨ ਫਿਰ ਗੰਨਾ ਚੂਪਣ ਤੁਰ ਪੈਣਾ। ਇਸ ਤਰ੍ਹਾਂ ਇਹ ਗੁਰਬਾਣੀ ਦਾ ਸ਼ਬਦ ਹੈ ਜੀ। ਸਤਿਗੁਰੂ ਕਹਿੰਦੇ ਨੇ ਗੰਨਾ ਚੂਪਿਆ, ਮਸੂੜੇ ਛਿੱਲੇ ਗਏ, ਰਾਤ ਨੂੰ ਸਲੂਣਾ ਵੀ ਲੱਗਾ, ਸਵੇਰੇ ਫਿਰ ਖੇਤਾਂ 'ਚ ਪਹੁੰਚ ਗਿਆ। ਮੇਰਾ ਗੁਰੂ ਕਹਿੰਦਾ ਜੇ ਗੰਨੇ ਵਿੱਚ ਰਸ ਹੋਵੇ ਤੇ ਦੁੱਖ ਪਾ ਕੇ ਵੀ ਰਸ ਨੂੰ ਚੂਸ ਲਈਦਾ ਹੈ। ਜਿੱਥੇ ਗੁਣ ਹੋਵੇ ਦੁੱਖ ਪਾ ਕੇ ਵੀ ਗੁਣ ਲੈ ਲਈ, ਗੁਣ ਨੂੰ ਛੱਡੀ ਨਾ। ਕਬੀਰ ਸਾਹਿਬ ਦਾ ਸ਼ਬਦ ਹੈ, ਕਬੀਰ ਰਸ ਕੋ ਗਾਂਡੋ ਚੂਸੀਐ। ਅਸੀਂ ਗੰਨਾ ਕਹਿੰਦੇ ਉੱਤੇ ਸ਼ਬਦ ਗਾਂਡੋ, ਗੰਨਾ। ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਤੈਨੂੰ ਰੋਣਾ ਵੀ ਪੈ ਜਾਏ, ਮਰਨਾ ਵੀ ਪੈ ਜਾਏ, ਪਰ ਗੁਣ ਕਦੀ ਨਾ ਛੱਡੀ। ਗੁਰੂ ਸਾਹਿਬ ਕਹਿੰਦੇ ਜਿਹੜਾ ਭਗਤ ਕਹੇ ਉਹ ਕਿਸੇ ਕੀ ਕੋਈ ਗੱਲ ਸੁਣਾਏ, ਕਹਿੰਦਾ ਚੱਲ ਮੇਰੇ ਰੱਬ ਦੀ ਗੱਲ ਸੁਣਾ ਰਿਹਾ, ਮੈਂ ਸੁਣਾ ਇਹਦੇ ਕੋਲ। ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਅਵਗਣ ਯਾਰੈ ਮਾਨਸੈ ਭਲੋ ਨਾ ਕਹਿ। ਕੋਈ ਔਗਣਾ ਵਾਲੇ ਨੂੰ ਕਦਾ ਕੋਈ ਭਲਾ ਨਹੀਂ ਕਹਿੰਦਾ। ਮੈਂ ਸੰਖੇਪ ਜੀ ਬੇਨਤੀ ਕਰਾਂ, ਗੁਰੂ ਸਾਹਿਬ ਨੇ ਕਿਹਾ ਨਾਨਕ ਭਗਤਾਂ ਭੁੱਖ ਸਲਾਹਣ, ਉਹਨਾਂ ਦੇ ਅੰਦਰ ਇੱਕੋ ਭੁੱਖ ਹੈ ਪਰਮਾਤਮਾ ਦੀ ਸਿਫਤ ਦੀ। ਸੱਚ ਨਾਮ ਆਧਾਰ, ਉਹਨਾਂ ਦਾ ਆਧਾਰ ਨਾਮ ਹੈ। ਅਗਲਾ ਬਚਨ ਸਦਾ ਆਨੰਦ ਰਹੇ ਦਿਨ ਰਾਤੀ, ਉਹ ਸਦਾ ਆਨੰਦ ਵਿੱਚ ਰਹਿੰਦੇ ਨੇ। ਗੁਣਵੰਤਿਆਂ ਪਾਛਾਰ, ਗੁਣਾ ਵਾਲਿਆਂ ਦੇ ਚਰਨਾਂ ਦੀ ਧੂੜ। ਮੈਂ ਉਹ ਪ੍ਰਮਾਣ ਮੁਕੰਮਲ ਕਰ ਦੇਣਾ ਜੋ ਸਾਹਿਬ ਦਾ ਸ਼ੁਰੂ ਕੀਤਾ ਸੀ ਕਿ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਜੇ ਗੁਣ ਹੋਵਣ ਸਾਂਝ ਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਨ ਚਲੀਐ। ਅੱਗੇ ਮਹਾਰਾਜ ਕਹਿੰਦੇ ਪਹਿਰੇ ਪਡੰਬਰ ਕਰ ਅਡੰਬਰ, ਆਪਣਾ ਪਿੜ ਮਲੀਐ। ਜਿੱਥੇ ਜਾਏ ਬਈਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਮਹਾਰਾਜ ਕਹਿੰਦੇ ਨੇ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ।